प्रभु ਦੇ ਵਚਨ ਦੇ ਵਿੱਚ ਅੱਜ ਅਸੀਂ ਜੋ मूसा ਦੀ ਮੂਵੀ ਦੇ ਵਿੱਚ ਜੋ ਕੁਝ ਅਸੀਂ ਦੇਖਿਆ ਕਿ ਪ੍ਰਭੂ ਕਿਸ ਤਰ੍ਹਾਂ मूसा ਨੂੰ ਵਾਪਸ ਲੈ ਕੇ ਆ ਰਿਹਾ ਔਰ ਕਿਸ ਤਰ੍ਹਾਂ ਪ੍ਰਭੂ मूसा ਦੇ ਰਾਹੀਂ ਆਪਣੇ ਸ਼ਬਦ ਬੋਲਦਾ ਪਿਆ। ਸੋ ਅਸੀਂ ਅੱਜ ਤੀਸਰੇ ਭਾਗ ਦੇ ਵਿੱਚ ਇੱਕ ਵਾਰ ਦੁਬਾਰਾ ਜਾਵਾਂਗੇ ਔਰ ਅਸੀਂ ਇਸ ਦੀ 18 ਆਇਤ ਤੋਂ ਲੈ ਕੇ 22 ਆਇਤ ਤੱਕ ਦੇਖਾਂਗੇ ਜਿਸ ਨੂੰ ਮਿਲਦੇ ਉਸ 18 ਤੋਂ 22 18 ਤੋਂ 23 चैप्टर हैगा तीसरा कुछ मैं पढ़ दिया पास्टर जी। हाँ जी को सारे जय मसीह दी सफा हैगा 83 कुछ दा 18 तो 23 तक। मेरे लोग तेरा कहना मन्नणगे फिर तू इसराइल दे बजुर्गां नूं नाल लैके मिस्र दे राजा कोल जाना ਅਤੇ ਉਸ ਨੂੰ ਇਸ ਤਰ੍ਹਾਂ ਨਾਲ ਕਹਿਣਾ, ਇਬਰਾਨੀਆਂ ਦੇ ਪ੍ਰਭੂ ਪਰਮੇਸ਼ਰ ਨੇ ਸਾਨੂੰ ਦਰਸ਼ਨ ਦਿੱਤੇ ਹਨ। ਤੁਸੀਂ ਸਾਨੂੰ 3 ਦਿਨਾਂ ਦੇ ਸਫ਼ਰ ਦੇ ਲਈ ਉਜਾੜ ਵਿੱਚ ਜਾਣ ਦਿਓ ਕਿ ਅਸੀਂ ਉੱਥੇ ਜਾ ਕੇ ਆਪਣੇ ਪ੍ਰਭੂ ਪਰਮੇਸ਼ਰ ਨੂੰ ਬਲੀ ਚੜਾਈਏ। ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਨਹੀਂ ਜਾਣ ਦੇਵੇਗਾ ਜਦੋਂ ਤੱਕ ਕਿ ਉਸ ਤੇ ਜ਼ੋਰ ਨਹੀਂ ਪਾਇਆ ਜਾਵੇਗਾ। ਇਸ ਲਈ ਮੈਂ ਆਪਣਾ ਹੱਥ ਮਿਸਰ ਤੇ ਪਾਵਾਂਗਾ ਅਤੇ ਮਿਸਰੀਆਂ ਨੂੰ ਆਪਣੇ ਅਦਭੁਤ ਭਿਆਨਕ ਕੰਮਾਂ ਦੁਆਰਾ ਸਜ਼ਾ ਦੇਵਾਂਗਾ। ਇਹ ਹੁਣ ਤੇ ਉਹ ਤੁਹਾਨੂੰ ਜਾਣ ਦੇਵੇਗਾ। ਮੇਰੇ ਲੋਕ ਉਸ ਸਮੇਂ ਖਾਲੀ ਹੱਥੀਂ ਬਾਹਰ ਨਹੀਂ ਨਿਕਲਣਗੇ। ਮੈਂ ਮਿਸਰੀਆਂ ਦੇ ਦਿਲ ਤੁਹਾਡੇ ਵੱਲ ਨਰਮ ਕਰ ਦੇਵਾਂਗਾ। ਫਿਰ ਇਸਰਾਇਲੀ ਆਪਣੀ ਮਿਸਰੀ ਗੁਆਂਢਣ ਜਾਂ ਮਿੱਤਰ ਕੋਲੋਂ ਕੱਪੜੇ ਤੇ ਸੋਨੇ ਦੇ ਗਹਿਣੇ ਉਧਾਰ ਮੰਗਣਗੇ। ਉਹ ਸਭ ਕੁਝ ਆਪਣੇ ਪੁੱਤਰਾਂ ਧੀਆਂ ਨੂੰ ਪਹਿਨਾ ਦੇਣਾ। ਇਸ ਤਰ੍ਹਾਂ ਤੁਸੀਂ ਮਿਸਰੀਆਂ ਦਾ ਧਨ ਆਪਣੇ ਨਾਲ ਲੈ ਜਾਵੋਗੇ। ਪੜ੍ਹੇ ਸੁਣੇ ਜਾਣ ਤੇ ਸ਼ੀਸ਼ ਬਰਕਤ ਮਿਲੇ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀ ਇੱਥੇ ਖਾਸ ਚੀਜ਼ ਇਹ ਦੇਖਦੇ ਪਏ ਹਾਂ, ਜਿੱਦਾਂ ਅਸੀਂ ਕੱਲ ਵੀ ਦੇਖਿਆ ਸੀ ਕਿ ਪ੍ਰਭੂ ਨੇ ਜੋ ਵੀ ਚੀਜ਼ਾਂ ਉਹ ਕਹਿ ਰਿਹਾ ਉਹ ਆਪਣੇ ਨੇਮ ਅਨੁਸਾਰ ਕਹਿ ਰਿਹਾ। ਹੁਣ ਬਾਕੀ ਦੀਆਂ ਜਿਹੜੀਆਂ ਜਿੰਨੀਆਂ ਵੀ ਚੀਜ਼ਾਂ ਹੋਣੀਆਂ ਆ, ਜੋ ਉਸਨੇ ਨੇਮ ਦਿੱਤਾ ਆ ਆਪਣੇ ਬੰਦੇ ਨੂੰ, ਉਸਨੂੰ ਪੂਰਾ ਕਰਨ ਦੇ ਲਈ, ਕਿਉਂਕਿ ਇਸ ਚੈਪਟਰ ਦੇ ਇਸ ਆਉਣ ਵਾਲੀਆਂ 5 ਕਿਤਾਬਾਂ ਦੇ ਵਿੱਚ ਪ੍ਰਭੂ ਨੇ ਆਪਣਾ ਜਿਹੜਾ ਪਹਿਲਾ ਕੀਤਾ ਨੇਮ ਉਹ ਲੋਕਾਂ ਦੇ ਨਾਲ ਪੂਰਾ ਕਰ ਦੇਣਾ ਔਰ ਉਸ ਤੋਂ ਬਾਅਦ ਅਗਲੇ ਨੇਮ ਵੱਲ ਪ੍ਰਭੂ ਨੇ ਅੱਖਾਂ ਉਹਨਾਂ ਦੀਆਂ ਲਾ ਦੇਣੀਆਂ, ਜਿਹੜਾ ਨਵਾਂ ਨੇਮ ਉਸਨੇ ਉਹਨਾਂ ਦੇ ਨਾਲ ਬੰਨਣਾ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਇਹ ਦੱਸਿਆ, 2 ਵਾਰੀ ਉਸਨੂੰ ਦੱਸਿਆ ਕਿ ਪ੍ਰਭੂ ਤੁਹਾਨੂੰ ਕਨਾਨ ਦੀ ਧਰਤੀ ਦੇਵੇਗਾ। ਉੱਥੇ ਜਾ ਕੇ ਸੁੰਦਰ ਉਪਜਾਊ ਖੁੱਲੀ ਧਰਤੀ ਦੇ ਵਿੱਚ ਜਾ ਕੇ ਤੁਸੀਂ ਵਸੋਗੇ। ਔਰ ਫਿਰ ਪ੍ਰਭੂ ਨੇ ਇਹ ਵੀ ਯਾਦ ਕਰਾਇਆ ਕਿ ਅਗਰ ਇੱਕ ਕੌਮ ਜਾਂਦੀ ਪਈ ਹੈ ਜਿਹਦੇ ਪੱਲੇ ਹੀ ਕੁਛ ਨਹੀਂ ਤੇ ਉਹ ਕਿਸ ਤਰ੍ਹਾਂ ਜਾ ਕੇ ਸੈਟਲ ਹੋਏਗੀ। ਸੋ ਪ੍ਰਭੂ ਨੇ ਉਹ ਸਾਰੀਆਂ ਜ਼ਰੂਰਤਾਂ ਉਹਨਾਂ ਨੂੰ ਦੱਸਦਾ ਪਿਆ ਕਿ ਉਹਨਾਂ ਨੇ ਮਿਸਰੀਆਂ ਨੂੰ ਧੋਖਾ ਦੇਣਾ ਜਿਹੜਾ ਉਹ ਲੈ ਕੇ ਜਾ ਰਹੇ ਨਹੀਂ, ਕਿਉਂਕਿ ਜੋ ਕੁਛ ਅਸੀਂ ਉਤਪਤ ਦੇ ਵਿੱਚ ਅਸੀਂ ਪੜ੍ਹਦੇ ਆ ਰਹੇ ਹਾਂ, ਜੋ ਕੁਛ ਯੂਸਫ ਨੇ ਉਹਨਾਂ ਨੂੰ ਬਣਾ ਕੇ ਦਿੱਤਾ, ਅੱਜ ਜੋ ਕੁਛ ਇਜਿਪਟ ਹੈ ਯੂਸਫ ਦੇ ਕਾਰਨ। ਯੂਸਫ ਨੇ ਉਹ ਸਾਰਾ ਉਸਦਾ ਤੁਸੀਂ ਇਹ ਕਹਿ ਲਓ ਕਿ ਜਿੱਦਾਂ ਕਿ ਕੰਟਰੀ ਦਾ ਸਭ ਕੁਛ ਉਸਨੇ ਬਦਲ ਕੇ ਰੱਖ ਦਿੱਤਾ। ਈਵਨ ਉੱਥੇ ਦੇ ਲਾਜ਼ ਸਾਰੀਆਂ ਚੀਜ਼ਾਂ ਉਸਨੇ ਬਦਲ ਕੇ ਰੱਖ ਦਿੱਤੀਆਂ। ਸਾਰਾ ਕੁਛ ਅੱਗੇ ਜਿਹੜਾ ਸੀਗਾ ਉਹ ਜਗ੍ਹਾ ਤੇ ਵੰਡ ਹੋਇਆ ਸੀ, ਉਸਨੇ ਸਾਰਾ ਕੁਛ ਇੱਕ ਅਧਿਕਾਰ ਦੇ ਥੱਲੇ ਲੈ ਆਇਆ ਔਰ ਉਸਨੇ ਦਾਣਿਆਂ ਦੀ ਜਿੱਦਾਂ ਦਾਣੇ ਸੀਗੇ ਉਹਨਾਂ ਦੇ ਕੋਲ, ਇਸ ਤਰ੍ਹਾਂ ਉਹਨਾਂ ਨੂੰ ਸੋਨੇ ਦੇ ਨਾਲ ਉਸਨੇ ਭਰ ਦਿੱਤਾ। ਔਰ ਹੁਣ ਪ੍ਰਭੂ ਨੇ ਜਿਹੜੇ ਉਹਨਾਂ ਨੇ 120 ਸਾਲ ਪੂਰੀ ਵਗਾਰ ਕੀਤੀ ਹੈ, ਉਹ ਜਿਹੜੀ ਵਗਾਰ ਆ ਉਹਦੀ ਜਿਹੜੀ ਮਿਹਨਤ ਆ ਪ੍ਰਭੂ ਨੇ ਉਹ ਉਹਨਾਂ ਨੂੰ ਦੇ ਦਿੱਤੀ ਔਰ ਉਹਨਾਂ ਨੇ ਉਹ ਮਿਹਨਤ ਲੈ ਕੇ ਔਰ ਜਿਸ ਤਰ੍ਹਾਂ ਕਿ ਇੱਕ ਦੁਲਹਨ ਘਰੋਂ ਨਿਕਲਦੀ ਆ, ਇੱਕ ਦੁਲਹਨ ਦੀ ਤਰ੍ਹਾਂ ਉਸਨੇ ਆਪਣੇ ਲੋਕਾਂ ਨੂੰ ਇੱਥੋਂ ਲੈ ਕੇ ਨਿਕਲਣਾ। ਔਰ ਇਹ ਪ੍ਰਭੂ ਦੀ ਸਭ ਤੋਂ ਵੱਡੀ ਬਰਕਤ, ਪ੍ਰਭੂ ਦੀ ਸਭ ਤੋਂ ਵੱਡੀ ਜਿਹੜੀ ਬਰਕਤ ਇੱਥੇ ਅਸੀਂ ਦੇਖਦੇ ਪਏ ਹਾਂ ਉਹ ਇਹ ਹੈ। ਸੋ ਆਓ ਅਸੀਂ ਹੁਣ ਚੌਥੇ ਚੈਪਟਰ ਦੇ ਵਿੱਚ ਆ ਗਏ ਹਾਂ ਔਰ ਹੁਣ मूसा ਨੇ ਲਗਾਤਾਰ ਪ੍ਰਭੂ ਤੋਂ ਕੁਐਸਚਨ ਪੁੱਛਣੇ ਆ। ਪ੍ਰਭੂ ਨੇ ਉਸਨੂੰ ਹਰੇਕ ਚੀਜ਼ ਦਾ ਜਵਾਬ ਦੇਣਾ, ਲੇਕਿਨ ਫਾਈਨਲੀ ਪ੍ਰਭੂ ਨੂੰ ਕਹਿਣਾ ਪੈਣਾ ਕਿ ਤੂੰ ਜਾ। ਸੋ ਆਓ ਚੌਥਾ ਚੈਪਟਰ ਉਸਦੀ 1 ਆਇਤ ਤੋਂ ਲੈ ਕੇ 17 ਆਇਤ ਤੱਕ, ਜਿਸਨੂੰ मैं पढ़ती नहीं पास्टर जी।
मूसा ਨੂੰ ਅਦਭੁਤ ਸ਼ਕਤੀ ਮਿਲਣਾ। मूसा ਨੇ ਅੱਗੇ ਪ੍ਰਭੂ ਨੂੰ ਕਿਹਾ, ਪਰ ਜੇਕਰ ਫਿਰ ਵੀ ਉਹ ਮੇਰੀ ਨਾ ਮੰਨੇ ਜਾਂ ਉਹਨਾਂ ਮੇਰਾ ਵਿਸ਼ਵਾਸ ਨਾ ਕੀਤਾ ਅਤੇ ਮੈਨੂੰ ਇਹ ਕਹਿਣ, ਨਹੀਂ ਪ੍ਰਭੂ ਨੇ ਤੈਨੂੰ ਦਰਸ਼ਨ ਨਹੀਂ ਦਿੱਤੇ ਹਨ। ਪ੍ਰਭੂ ਨੇ मूसा ਤੋਂ ਪੁੱਛਿਆ, ਤੇਰੇ ਹੱਥ ਵਿੱਚ ਕੀ ਹੈ? ਉਸਨੇ ਉੱਤਰ ਦਿੱਤਾ, ਲਾਠੀ। ਪ੍ਰਭੂ ਨੇ ਕਿਹਾ, ਇਸ ਨੂੰ ਧਰਤੀ ਤੇ ਸੁੱਟ ਦੇ। मूसा ਨੇ ਆਪਣੀ ਲਾਠੀ ਧਰਤੀ ਤੇ ਸੁੱਟ ਦਿੱਤੀ। ਉਹ ਲਾਠੀ ਧਰਤੀ ਤੇ ਡਿੱਗਦਿਆਂ ਹੀ ਸੱਪ ਬਣ ਗਈ ਅਤੇ मूसा ਡਰਦੇ ਮਾਰੇ ਉੱਥੋਂ ਨੱਠ ਕੇ ਪਰੇ ਹੋ ਗਿਆ। ਪਰ ਪ੍ਰਭੂ ਨੇ मूसा ਨੂੰ ਕਿਹਾ, ਅੱਗੇ ਵੱਧ ਕੇ ਪੂਛ ਤੋਂ ਉਸ ਨੂੰ ਫੜ ਲੈ। मूसा ਨੇ ਇਸੇ ਤਰ੍ਹਾਂ ਕੀਤਾ ਤਾਂ ਸੱਪ ਫਿਰ ਲਾਠੀ ਬਣ ਗਿਆ। ਪ੍ਰਭੂ ਨੇ ਕਿਹਾ, ਤੂੰ ਇਸੇ ਤਰ੍ਹਾਂ ਕਰਨਾ ਕਿ ਉਹ ਜਾਣਨ ਕਿ ਤੈਨੂੰ ਉਹਨਾਂ ਦੇ ਪੁਰਖਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ਵਰ ਨੇ ਦਰਸ਼ਨ ਦਿੱਤੇ ਹਨ। ਫਿਰ ਪ੍ਰਭੂ ਨੇ मूसा ਨੂੰ ਕਿਹਾ, ਆਪਣਾ ਹੱਥ ਆਪਣੇ ਕੁੜਤੇ ਦੇ ਹੇਠ ਛਾਤੀ ਤੇ ਰੱਖ। मूसा ਨੇ ਇਸੇ ਤਰ੍ਹਾਂ ਕੀਤਾ, ਪਰ ਜਦੋਂ ਉਸਨੇ ਆਪਣਾ ਹੱਥ ਬਾਹਰ ਕੱਢਿਆ ਤਾਂ ਉਸਦਾ ਹੱਥ ਕੋੜ ਨਾਲ ਭਰਿਆ ਪਿਆ ਸੀ। ਪਰਮੇਸ਼ਵਰ ਨੇ मूसा ਨੂੰ ਫਿਰ ਕਿਹਾ, ਆਪਣਾ ਹੱਥ ਵਾਪਸ ਆਪਣੀ ਛਾਤੀ ਤੇ ਰੱਖ। ਉਸਨੇ ਇਸੇ ਤਰ੍ਹਾਂ ਕੀਤਾ, ਪਰ ਜਦੋਂ ਉਸਨੇ ਬਾਹਰ ਕੱਢਿਆ ਤਾਂ ਉਹ ਠੀਕ ਪਹਿਲੇ ਵਰਗਾ ਹੋ ਗਿਆ ਸੀ। ਪਰਮੇਸ਼ਵਰ ਨੇ ਕਿਹਾ, ਜੇਕਰ ਉਹ ਤੇਰਾ ਵਿਸ਼ਵਾਸ ਪਹਿਲੇ ਚਿੰਨ੍ਹ ਨੂੰ ਦੇਖ ਕੇ ਨਹੀਂ ਕਰਨਗੇ ਤਾਂ ਉਹ ਦੂਜੇ ਨੂੰ ਦੇਖ ਕੇ ਮੰਨ ਜਾਣਗੇ। ਪਰ ਜੇਕਰ ਇਹਨਾਂ ਦੋਹਾਂ ਚਿੰਨ੍ਹਾਂ ਦਾ ਹੀ ਉਹਨਾਂ ਤੇ ਕੋਈ ਅਸਰ ਨਾ ਹੋਵੇ ਤਾਂ ਤੂੰ ਨੀਲ ਨਦੀ ਦਾ ਥੋੜਾ ਪਾਣੀ ਲੈ ਕੇ ਧਰਤੀ ਤੇ ਸੁੱਟਣਾ, ਜੋ ਤੇਰੇ ਸੁੱਟਦਿਆਂ ਹੀ ਲਹੂ ਬਣ ਜਾਵੇਗਾ। ਪਰ मूसा ਨੇ ਕਿਹਾ, ਹੇ ਪ੍ਰਭੂ, ਨਹੀਂ, ਮੈਂ ਨਹੀਂ ਜਾ ਸਕਦਾ। ਮੈਂ ਤਾਂ ਨਾ ਪਹਿਲਾਂ ਚੰਗੀ ਤਰ੍ਹਾਂ ਬੋਲ ਸਕਦਾ ਸੀ ਅਤੇ ਨਾ ਹੀ ਮੇਰੇ ਨਾਲ ਗੱਲਬਾਤ ਕਰਨ ਦੇ ਪਿੱਛੋਂ ਹੀ। ਪ੍ਰਭੂ ਨੇ मूसा ਨੂੰ ਕਿਹਾ, ਮਨੁੱਖ ਦਾ ਮੂੰਹ ਕਿਸਨੇ ਬਣਾਇਆ ਹੈ? ਕੌਣ ਉਸਨੂੰ ਬੋਲਾ ਜਾਂ ਸਜਾਖਾ ਜਾਂ ਅੰਨਾ ਬਣਾਉਂਦਾ ਹੈ? ਕੀ ਇਹ ਸਭ ਮੈਂ ਪ੍ਰਭੂ ਨਹੀਂ ਕਰਦਾ? ਇਸ ਲਈ ਤੂੰ ਜਾ, ਮੈਂ ਤੇਰੀ ਮਦਦ ਬੋਲਣ ਵਿੱਚ ਕਰਾਂਗਾ। ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਕਹਿਣਾ ਹੈ। ਪਰ मूसा ਨੇ ਕਿਹਾ, ਨਹੀਂ ਪ੍ਰਭੂ ਜੀ, ਤੁਸੀਂ ਕਿਸੇ ਹੋਰ ਆਦਮੀ ਨੂੰ ਘੱਲ ਦਿਓ। ਇਸ ਤੇ ਪ੍ਰਭੂ ਦਾ ਗੁੱਸਾ मूसा ਤੇ ਭੜਕ ਉੱਠਿਆ। ਪ੍ਰਭੂ ਨੇ ਉਸਨੂੰ ਕਿਹਾ, ਕਿ ਤੇਰਾ ਭਰਾ ਹਾਰੂਨ ਲੇਵੀ ਉੱਥੇ ਨਹੀਂ ਹੈ? ਮੈਂ ਜਾਣਦਾ ਹਾਂ ਕਿ ਉਹ ਚੰਗੀ ਤਰ੍ਹਾਂ ਬੋਲ ਸਕਦਾ ਹੈ। ਉਹ ਤਾਂ ਤੈਨੂੰ ਮਿਲਣ ਦੇ ਲਈ ਅਗਲਵੰਡੀ ਆ ਰਿਹਾ ਹੈ। ਉਹ ਤੈਨੂੰ ਮਿਲ ਕੇ ਬਹੁਤ ਖੁਸ਼ ਹੋਵੇਗਾ। ਉਹ ਤੇਰੇ ਵੱਲੋਂ ਬੋਲੇਗਾ। ਮੈਂ ਤੇਰੀ ਅਤੇ ਉਸਦੀ ਮਦਦ ਕਰਾਂਗਾ। ਤੂੰ ਉਸਦੇ ਲਈ ਪਰਮੇਸ਼ਵਰ ਦੀ ਤਰ੍ਹਾਂ ਠਹਿਰੇਗਾ। ਉਹ ਤੇਰੇ ਮੂੰਹ ਦਾ ਕੰਮ ਕਰੇਗਾ ਅਤੇ ਲੋਕਾਂ ਨਾਲ ਤੇਰੇ ਵੱਲੋਂ ਗੱਲਬਾਤ ਕਰੇਗਾ। ਤੂੰ ਆਪਣੀ ਇਹ ਲਾਠੀ ਨਾਲ ਲੈ ਜਾਣਾ, ਜਿਸ ਨਾਲ ਤੂੰ ਲੋਕਾਂ ਨੂੰ ਅਦਭੁਤ ਕੰਮ ਕਰਕੇ ਦਿਖਾਵੇਂਗਾ। ਸੋ ਹੁਣ ਅਸੀਂ ਜਿਹੜੀ ਮੇਨ ਚੀਜ਼ ਦੇਖਦੇ ਪਏ ਆ, ਅਸੀਂ ਬਹੁਤ ਜਲਦੀ ਦੁਨਿਆਵੀ ਲੋਕਾਂ ਨੂੰ ਆਪਣੇ ਹੀਰੋ ਬਣਾ ਲੈਂਦੇ ਹਾਂ। ਵੀ ਹੈਵ ਟੂ ਬੀ ਕੇਅਰਫੁਲ, ਕਿਉਂਕਿ ਅਸੀਂ ਅਗਰ मूसा ਦੇਖੀਏ ਤਾਂ ਹੀ ਇਜ਼ ਅ ਕਾਮਨ ਪਰਸਨ। ਬੇਸ਼ੱਕ ਉਹ ਰਾਜਕੁਮਾਰ ਆ, ਚਾਹੇ ਰਾਜਕੁਮਾਰਾਂ ਨੂੰ ਪੜਿਆ, ਸਭ ਕੁਝ ਠੀਕ ਆ, ਲੇਕਿਨ ਜਿੰਨੇ ਕੁਐਸਚਨ ਉਸਨੇ, ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਜਿੰਨੇ ਸਵਾਲ मूसा ਨੇ ਪ੍ਰਭੂ ਨੂੰ ਕੀਤੇ ਆ, ਪ੍ਰਭੂ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕੀਤਾ। ਐਂਡ ਦਿਸ ਇਜ਼ ਵਾਟ ਵੀ ਨੀਡ ਟੂ ਅੰਡਰਸਟੈਂਡ ਕਿ ਪ੍ਰਭੂ ਹਰ ਚੀਜ਼ ਦਾ ਇੰਤਜ਼ਾਮ ਕਰਦਾ। ਔਰ ਅਸੀਂ ਸ਼ੁਰੂ ਤੋਂ ਉਤਪਤੀ ਪੁਸਤਕ ਦੇ ਵਿੱਚ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਪ੍ਰਭੂ ਹਰ ਚੀਜ਼ ਦਾ ਇੰਤਜ਼ਾਮ ਕਰਦਾ। ਅਸੀਂ ਨੋਹਾ ਦੇ ਸਮੇਂ ਦੇ ਵਿੱਚ ਦੇਖਿਆ, ਇੱਕੋ ਹੀ ਸ਼ਿਪ ਦੇ ਵਿੱਚ ਸਾਰੇ ਦੇ ਸਾਰੇ ਜਾਨਵਰ, ਉੱਥੇ ਸ਼ੇਰ ਵੀ ਆ, ਉੱਥੇ ਸੱਪ ਵੀ ਆ, ਉੱਥੇ ਭੇਡ ਵੀ ਆ, ਉੱਥੇ ਕਬੂਤਰ ਵੀ ਆ, ਉੱਥੇ ਉਹ ਵੀ ਆ ਜਿਹੜੇ ਇੱਕ ਦੂਸਰੇ ਦੀ ਖੁਰਾਕ ਆ, ਲੇਕਿਨ ਪ੍ਰਭੂ ਸਾਰਿਆਂ ਨੂੰ ਬਾਹਰ ਕੱਢ ਕੇ ਲੈ ਕੇ ਆਇਆ। ਔਰ ਇਸੇ ਤਰ੍ਹਾਂ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਜਾ ਕੇ ਅਬਰਾਹਮ ਦੇ ਲਈ ਦੇਖਦੇ ਹਾਂ, ਪ੍ਰਭੂ ਨੇ ਹਰ ਚੀਜ਼ ਉਸਦੇ ਜਿੱਥੇ ਪਹੁੰਚਣ ਤੋਂ ਪਹਿਲਾਂ ਪ੍ਰਭੂ ਨੇ ਹਰ ਚੀਜ਼ ਦਾ ਪ੍ਰਬੰਧ ਕੀਤਾ। ਇਸਹਾਕ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਨੇ ਪ੍ਰਬੰਧ ਕੀਤਾ, ਯਾਕੂਬ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਨੇ ਪ੍ਰਬੰਧ ਕੀਤਾ। ਸਿਰਫ ਇੰਨਾ ਫਰਕ ਹੈ ਕਿ ਪ੍ਰਭੂ ਸਾਡੇ ਲਾਲਚ ਨਹੀਂ ਸਾਨੂੰ ਦਿੰਦਾ, ਸਾਡੀਆਂ ਜ਼ਰੂਰਤਾਂ ਦਿੰਦਾ। ਔਰ ਜਿਹੜੀ ਚੀਜ਼ ਪ੍ਰਭੂ ਦੇ ਵੱਲੋਂ ਮਿਲੀ ਹੋਵੇ, ਉਹ ਬੰਦੇ ਨੂੰ ਪਤਾ ਹੁੰਦਾ ਕਿ ਮੈਨੂੰ ਪ੍ਰਭੂ ਵੱਲੋਂ। ਕਈ ਵਾਰੀ ਅਸੀਂ ਜਿਹੜੀਆਂ ਚੀਜ਼ਾਂ ਪ੍ਰਾਪਤ ਕੀਤੀਆਂ ਹੁੰਦੀਆਂ, ਆਪਣੇ ਲਾਲਚ ਲਈ ਇਕੱਠੀਆਂ ਕੀਤੀਆਂ ਹੁੰਦੀਆਂ, ਤੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਪ੍ਰਭੂ ਨੇ ਦਿੱਤਾ। ਨੋ, ਇਟ ਡਸਨਟ ਵਰਕ ਦੈਟ ਵੇ। ਸਾਡੇ ਮਨ ਨੂੰ ਕਦੀ ਸ਼ਾਂਤੀ ਨਹੀਂ ਹੁੰਦੀ ਕਿ ਸਾਨੂੰ ਪ੍ਰਭੂ ਨੇ ਦਿੱਤਾ। ਸਾਡਾ ਮੂੰਹ ਜ਼ਰੂਰ ਬੋਲ ਰਿਹਾ ਹੁੰਦਾ, ਪਰ ਸਾਡਾ ਅੰਦਰ ਨਹੀਂ ਬੋਲ ਰਿਹਾ। ਪਰ ਜਿਸ ਲਈ ਪ੍ਰਭੂ ਦਿੰਦਾ ਤੇ ਉਹ ਮਨ ਨੂੰ ਸ਼ਾਂਤੀ ਦਿੰਦਾ।
सो प्रभु ने देखो हर चीज का प्रबंध किया है उसते। सो उसने क्या किद्दां मेरा विश्वास करनगे, हाले तक प्रभु ने ऑलरेडी उसनों एक चीज दस दी है कि प्रभु ने उन्होंने क्या, जैसे 18वीं आयत असीं तीसरे भाव भी देखते हैं, इस करके असीं द्वारा इसमें पढ़िया सी, मेरे लोग तेरा कहना मनणगे, फिर तू इजराइल दे बुजुर्गां नूं नाल लैके मिस्र दे राजा दे कोल। जब प्रभु ने ऑलरेडी उसने ये चीज कह दी है, isn't that enough कि मैं अपने लोगों के दिल तेरे लिए तैयार करके रखूंगा, तू जा। सो हुण मूसा ने चौथे भाव च जिन्ने भी सवाल पूछने हैं वो एक्स्ट्रा सवाल पूछने, जिन्हां दा कोई उसनूं जिहड़ियां चीज़ां मिलणियां उन्हां करके नहीं लोकां ने बहुता विश्वास करना, ना उन्हां करके फैरो ने बहुता बिलीव करना, पर क्योंकि वो पढ़िया ਉਹਦਾ ਪਾਲਣ ਪੋਸ਼ਣ ਜਿਹੜਾ ਹੋਇਆ ਉਹ ਹੋਇਆ ਇਜਿਪਟ ਦੇ ਮਹਿਲਾਂ ਦੇ ਵਿੱਚ ਹੋਇਆ, ਮਿਸਰ ਦੇ ਮਹਿਲਾਂ ਦੇ ਵਿੱਚ ਹੋਇਆ। ਸੋ ਇਹ ਨਿਸ਼ਾਨਾਤ ਸਾਰੀਆਂ ਚੀਜ਼ਾਂ ਜਿਹੜੀਆਂ ਮੂਸਾ, ਇਹਨਾਂ ਨੂੰ ਮੂਸਾ ਚਾਹੁੰਦਾ ਕਿ ਜਿਸ ਵੇਲੇ ਕੋਈ ਨਿਸ਼ਾਨ ਵੱਡਾ ਹੋਏਗਾ ਤੇ ਉਹ ਜ਼ਿਆਦਾ ਵਿਸ਼ਵਾਸ ਕਰਨਗੇ। ਸੋ ਪ੍ਰਭੂ ਨੇ ਕਿਹਾ ਕਿ ਤੂੰ ਆਪਣੀ ਲਾਠੀ ਸੁੱਟ, ਉਹ ਸੱਪ ਬਣ ਗਈ, ਪੂਛ ਤੋਂ ਫੜ ਕੇ ਚੁੱਕ ਲਾ, ਉਹ ਲਾਠੀ ਬਣ ਗਈ, ਆਪਣਾ ਹੱਥ ਕੁੜਤੇ ਦੇ ਵਿੱਚ ਪਾ, ਉਹ ਕੋੜ ਨਾ ਭਰ ਗਿਆ, ਮੁੜ ਕੇ ਪਾ ਕੇ ਕੱਢ, ਉਹਨੂੰ ਕੋੜ ਨਹੀਂ ਸੀਗਾ। ਫਿਰ ਉਸਨੇ ਕਿਹਾ ਜੇ ਤਾਂ ਵੀ ਨਾ ਮੰਨਣ ਤੇ ਨੀਲ ਦਾ ਥੋੜਾ ਜਿਹਾ ਪਾਣੀ ਲੈ ਕੇ ਡੋਲ, ਉਹ ਖੂਨ ਬਣ ਜਾਏਗਾ। ਅੱਛਾ, ਕੀ ਇਹਨਾਂ ਸਾਰੀਆਂ ਚੀਜ਼ਾਂ ਤੇ ਉਹਨੂੰ ਵੱਡੇ ਵੱਡੇ ਉਹਨੇ ਹੁਣ ਕਿਹਾ ਦੇਖ ਲਿਆ ਨਾ, ਪਰ ਉਹਦਾ ਵਿਸ਼ਵਾਸ ਕਿੱਥੇ? ਹੁਣ ਉਸਨੇ ਅਗਲੀ ਚੀਜ਼ ਕਹੀ ਹੈ, ਪਰ 10ਵੀਂ ਆਇਤ ਦੇ ਵਿੱਚ, ਪਰ ਮੂਸਾ ਨੇ ਕਿਹਾ ਮੈਂ ਪ੍ਰਭੂ ਜੀ ਮੈਂ ਨਹੀਂ ਜਾ ਸਕਦਾ, ਮੈਂ ਤਾਂ ਪਹਿਲਾਂ ਹੀ ਚੰਗੀ ਤਰ੍ਹਾਂ ਨਹੀਂ ਬੋਲ ਸਕਦਾ ਹਾਂ, ਅਤੇ ਨਾ ਹੀ ਤੇਰੇ ਮੇਰੇ ਨਾਲ ਗੱਲਬਾਤ ਕਰਨ ਦੇ ਪਿੱਛੋਂ ਨਾ ਮੈਂ ਪਹਿਲਾਂ ਬੋਲ ਸਕਦਾ ਸੀ ਤੇ ਨਾ ਹੁਣ, ਮੈਂ ਪਹਿਲਾਂ ਵੀ ਥਥੜਾ ਸੀ ਤੇ ਹੁਣ ਵੀ ਥਥੜਾ। ਪਰ ਪ੍ਰਭੂ ਨੇ ਉਸਨੂੰ ਕਿਹਾ ਕਿ ਤੇਰਾ ਬੰਦੇ ਦਾ ਮੂੰਹ ਕਿਸ ਨੇ ਬਣਾਇਆ, ਅੱਖਾਂ ਕਿਸ ਨੇ ਬਣਾਈ? ਮੈਂ ਬਣਾਈ। ਸੋ ਹੁਣ ਜਿੱਦਾਂ ਜਿੱਦਾਂ ਉਹ ਸਵਾਲ ਗਾਂ ਤੋਂ ਗਾਂ ਕਰੀ ਚਲੀ ਜਾਂਦਾ, ਗਾਂ ਤੋਂ ਗਾਂ ਉਹ ਪ੍ਰਭੂ ਨੂੰ ਸਵਾਲ ਕਰੀ ਜਾਂਦਾ, ਉਦਾਂ ਉਦਾਂ ਆਪਣੀ ਬਰਕਤ ਨੂੰ ਘਟਾਈ ਜਾਂਦਾ। ਸੋ ਇਹਨਾਂ ਸਵਾਲਾਂ ਨੂੰ ਪੁੱਛਣ ਦੇ ਲਈ ਜਿਹੜੇ ਉਹ ਪੁੱਛਦਾ ਪਿਆ ਆ, ਉਹ ਹੁਣ ਆਪਣਾ ਨੁਕਸਾਨ ਕਰਾ ਰਿਹਾ ਹਰੇਕ ਚੀਜ਼ ਦੇ ਵਿੱਚ। ਕਿੱਥੇ ਮੂਸਾ ਨੇ ਜਾ ਕੇ ਆਪ ਬੋਲਣਾ ਸੀ, ਆਪ ਪ੍ਰਭੂ ਨੇ ਉਸਦੀ ਜ਼ਬਾਨ ਨੂੰ ਪ੍ਰਭੂ ਨੇ ਠੀਕ ਕਰਨਾ ਸੀ। ਸੋ ਹੁਣ ਪ੍ਰਭੂ ਨੇ ਉਸਦੀ ਜ਼ਬਾਨ ਨੂੰ ਠੀਕ ਨਹੀਂ ਕੀਤੀ। ਸੋ ਉਸਨੇ ਕਿਹਾ ਠੀਕ ਆ, ਤੇਰਾ ਭਰਾ ਜਿਹੜਾ ਹਾਰੂਨ ਆ ਉਹ ਤੇਰੇ ਲਈ। ਪਰ ਪ੍ਰਭੂ ਦਾ ਬਰਕਤ ਵਾਲਾ ਹੱਥ ਦੇਖੋ, ਪ੍ਰਭੂ ਦਾ ਗੁੱਸਾ ਵੀ ਭੜਕਿਆ ਪਰ ਉਹਦੇ ਵਿੱਚ ਵੀ ਬਰਕਤ। ਹੁਣ ਤੁਸੀਂ ਦੇਖੋ ਕਿ ਪ੍ਰਭੂ ਦਾ ਗੁੱਸਾ ਭੜਕਿਆ ਤੇ ਜਿਸ ਲਈ ਉਸਨੇ ਕਿਹਾ, ਮੂਸਾ ਨੇ ਕਿਹਾ ਨਹੀਂ ਪ੍ਰਭੂ ਜੀ ਤੂੰ ਕਿਸੇ ਹੋਰ ਆਦਮੀ ਨੂੰ ਘੱਲ ਦੇ। ਸੋ ਇਹ ਉਸਦਾ ਅਗਲਾ ਸਵਾਲ। ਸੋ ਇਹ ਉਹਦਾ 5ਵਾਂ 6ਵਾਂ ਸਵਾਲ ਪ੍ਰਭੂ ਨੂੰ ਹੋ ਚੁੱਕਾ ਔਰ ਪ੍ਰਭੂ ਦਾ ਗੁੱਸਾ ਉਸਦੇ ਉੱਤੇ ਭੜਕ ਉੱਠਿਆ। ਪ੍ਰਭੂ ਨੇ ਕਿਹਾ ਕੀ ਤੇਰਾ ਭਰਾ ਹਾਰੂਨ ਲੇਵੀ ਉੱਥੇ ਨਹੀਂ ਹੈ? ਮੈਂ ਜਾਣਦਾ ਹਾਂ ਕਿ ਉਹ ਚੰਗੀ ਤਰ੍ਹਾਂ ਬੋਲ ਸਕਦਾ ਹੈ, ਉਹ ਤੈਨੂੰ ਮਿਲਣ ਦੇ ਲਈ ਅਗਲਵੰਡੀ ਆ ਰਿਹਾ ਹੈ। ਸੋ ਇਹਦਾ ਕੀ ਮਤਲਬ? ਪ੍ਰਭੂ ਨੇ ਉਸਨੂੰ ਵੀ ਦਰਸ਼ਨ ਔਰ ਉਸਨੂੰ ਦੱਸਿਆ ਕਿ ਮੂਸਾ ਆ ਰਿਹਾ ਔਰ ਤੂੰ ਅੱਗੇ ਜਾ ਤੇ ਉਸਨੂੰ ਲੈ ਕੇ ਆ, ਅੱਗੇ ਜਾ ਔਰ ਉਸਨੂੰ ਲੈ ਕੇ ਆ। ਔਰ ਉਹਦੇ ਮਨ 'ਚ ਵੀ ਕੁਐਸਚਨ ਹੋਣਗੇ ਕਿ ਆਲੇ ਦੁਆਲੇ ਤਾਂ ਫੌਜ ਲੱਗੀ ਹੋ, ਮੈਨੂੰ ਜਾਣ ਕੇ ਨਾ ਦੇਣਾ। ਲੇਕਿਨ ਉਹ ਤੁਰ ਪਿਆ, ਤੂੰ ਅੱਗੇ ਜਾ ਔਰ ਉਸਨੂੰ ਲੈ ਕੇ ਆ। ਔਰ ਫਿਰ ਉਸਨੂੰ ਫਿਰ ਪ੍ਰਭੂ ਨੇ ਦੇਖੋ ਗੁੱਸੇ ਵਿੱਚ ਵੀ ਦੇਖੋ ਕੀ ਕਿਹਾ, ਦੇਖੋ ਕਿੰਨਾ ਇੱਥੇ ਪ੍ਰਭੂ ਨੇ ਉਸਨੂੰ ਮਾਣ ਦਿੱਤਾ। 16ਵੀਂ ਆਇਤ, ਤੂੰ ਉਸਦੇ ਲਈ ਪਰਮੇਸ਼ਰ ਦੇ ਤਰ੍ਹਾਂ ਠਹਿਰੇਗਾ, ਤੇਰਾ ਦਰਜਾ ਫਿਰ ਵੀ ਉੱਚਾ ਹੋਏਗਾ, ਉਹ ਤੇਰੇ ਮੂੰਹ ਦਾ ਕੰਮ ਕਰੇਗਾ ਅਤੇ ਲੋਕਾਂ ਦੇ ਨਾਲ ਤੇਰੇ ਵੱਲੋਂ ਗੱਲਬਾਤ ਕਰੇਗਾ। ਤੂੰ ਆਪਣੀ ਇਹ ਲਾਠੀ ਨਾਲ ਲੈ ਜਾਣਾ ਜਿਸ ਨਾਲ ਤੂੰ ਲੋਕਾਂ ਨੂੰ ਅਦਭੁਤ ਕੰਮ ਕਰਕੇ ਦਿਖਾਏਗਾ। ਪ੍ਰਭੂ ਨੇ ਉਸਨੂੰ ਘੱਲਿਆ ਇੱਕ ਸੁਪਰ ਪਾਵਰ ਤੋਂ ਲੋਕਾਂ ਨੂੰ ਯਾਦ ਕਰਨ ਦੇ ਲਈ ਔਰ ਹੱਥ ਦੇ ਵਿੱਚ ਦਿੱਤੀ ਹੈ ਲਾਠੀ। क्यों? क्योंकि प्रभु आप काम करता, प्रभु आप काम करता। सो प्रभु ने उसਨੂੰ ਘੱਲਿਆ ਇੱਕ ਆਜੜੀ ਦੇ ਰੂਪ ਦੇ ਵਿੱਚ। 40 ਸਾਲ ਉਸਨੇ ਆਪਣਾ ਰਾਜਕੁਮਾਰਾਂ ਦੀ ਤਰ੍ਹਾਂ ਰਿਹਾ, 40 ਸਾਲ ਉਸਨੇ ਭੇਡਾਂ ਚਾਰੀਆਂ,
ਹੁਣ ਅਗਲੇ 40 ਸਾਲ ਉਹ ਪ੍ਰਭੂ ਦੇ ਲੋਕਾਂ ਨੂੰ ਚਾਰਾ ਪਾਏਗਾ, ਉਹ ਪ੍ਰਭੂ ਦੇ ਲੋਕਾਂ ਨੂੰ ਚਾਰੇਗਾ, ਉਹ ਪ੍ਰਭੂ ਦੇ ਲੋਕਾਂ ਨੂੰ ਸੰਭਾਲੇਗਾ। ਸੋ मूसा ने जिसले हुण देख लिया कि हुण किसी पासे गल नहीं चलती पई, तो हुण मूसा उत्थों तुरिया। सो असीं 15 आयत तो लैके असीं इसनूं चैप्टर दे एंड तक पढ़ांगे, जिसनूं मिल जाए इसनूं पढ़ मैं पढ़ दूं पास्टर जी। ਉਹ ਤੇਰੇ ਵੱਲੋਂ ਬੋਲੇਗਾ, ਮੈਂ ਤੇਰੀ ਅਤੇ ਉਸ ਦੀ ਮਦਦ ਕਰਾਂਗਾ, ਤੂੰ ਉਸ ਦੇ ਲਈ ਪਰਮੇਸ਼ਵਰ ਦੀ ਤਰ੍ਹਾਂ ਠਹਿਰੇਂਗਾ। ਉਹ ਤੇਰੇ ਮੂੰਹ ਦਾ ਕੰਮ ਕਰੇਗਾ ਅਤੇ ਲੋਕਾਂ ਨਾਲ ਤੇਰੇ ਵੱਲੋਂ ਗੱਲਬਾਤ ਕਰੇਗਾ। ਤੂੰ ਆਪਣੀ ਇਹ ਲਾਠੀ ਨਾਲ ਲੈ ਜਾਣਾ, ਜਿਸ ਨਾਲ ਤੂੰ ਲੋਕਾਂ ਨੂੰ ਅਦਭੁਤ ਕੰਮ ਕਰਕੇ ਦਿਖਾਵੇਂਗਾ। ਮੂਸਾ ਦਾ ਮਿਸਰ ਨੂੰ ਵਾਪਸ ਜਾਣਾ। ਮੂਸਾ ਆਪਣੇ ਸਹੁਰੇ ਜਿਥਰੋ ਕੋਲ ਗਿਆ ਅਤੇ ਬੋਲਿਆ, ਕਿਰਪਾ ਕਰਕੇ ਮੈਨੂੰ ਆਪਣੇ ਸੰਬੰਧੀਆਂ ਕੋਲ ਮਿਸਰ ਵਿੱਚ ਜਾਣ ਦੇ, ਕਿ ਮੈਂ ਦੇਖਾਂ ਕਿ ਉਹ ਜਿਉਂਦੇ ਹਨ ਜਾਂ ਨਹੀਂ। ਜਿਥਰੋ ਨੇ ਉਸਨੂੰ ਕਿਹਾ, ਤੂੰ ਜੀ ਸਦਕੇ ਜਾ। ਮੂਸਾ ਨੂੰ ਪ੍ਰਭੂ ਨੇ ਫਿਰ ਮਿਦਿਆਨ ਵਿੱਚ ਹੀ ਕਿਹਾ, ਤੂੰ ਮਿਸਰ ਵਿੱਚ ਵਾਪਸ ਜਾ, ਕਿਉਂਕਿ ਜੋ ਲੋਕ ਤੈਨੂੰ ਮਾਰਨਾ ਚਾਹੁੰਦੇ ਸਨ ਉਹ ਸਭ ਆਪ ਮਰ ਚੁੱਕੇ ਹਨ। ਸੋ ਮੂਸਾ ਨੇ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਖੋਤਿਆਂ ਉੱਤੇ ਬਿਠਾ ਦਿੱਤਾ ਅਤੇ ਮਿਸਰ ਵੱਲ ਨੂੰ ਚੱਲ ਪਿਆ। ਉਸਨੇ ਆਪਣੇ ਹੱਥ ਵਿੱਚ ਪਰਮੇਸ਼ਵਰ ਦੀ ਲਾਠੀ ਵੀ ਲੈ ਲਈ। ਪ੍ਰਭੂ ਨੇ ਮੂਸਾ ਨੂੰ ਫਿਰ ਕਿਹਾ, ਜਦੋਂ ਤੂੰ ਮਿਸਰ ਦੇਸ਼ ਵਿੱਚ ਵਾਪਸ ਪਹੁੰਚ ਜਾਵੇਂ ਤਾਂ ਯਾਦ ਰੱਖ ਕਿ ਤੂੰ ਉਹ ਸਭ ਅਦਭੁਤ ਕੰਮ ਫਿਰੌਨ ਰਾਜਾ ਸਾਹਮਣੇ ਕਰਕੇ ਦਿਖਾਵੇਂਗਾ, ਜਿਨ੍ਹਾਂ ਦੇ ਕਰਨ ਦੀ ਸ਼ਕਤੀ ਮੈਂ ਤੈਨੂੰ ਦਿੱਤੀ ਹੈ। ਪਰ ਮੈਂ ਉਸ ਦਾ ਦਿਲ ਫਿਰ ਵੀ ਸਖਤ ਕਰ ਦੇਵਾਂਗਾ, ਇਸ ਲਈ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਗਾ। ਇਸ ਤੇ ਤੂੰ ਮਿਸਰ ਦੇ ਰਾਜਾ ਨੂੰ ਇਸ ਤਰ੍ਹਾਂ ਕਹੀਂ, ਪ੍ਰਭੂ ਨੇ ਕਿਹਾ ਹੈ ਕਿ ਇਜ਼ਰਾਈਲ ਉਸ ਦਾ ਜੇਠਾ ਪੁੱਤਰ ਹੈ। ਪ੍ਰਭੂ ਤੈਨੂੰ ਕਹਿ ਰਿਹਾ ਹੈ, ਮੇਰੇ ਪੁੱਤਰ ਨੂੰ ਜਾਣ ਦੇ ਕਿ ਉਹ ਮੇਰੀ ਪੂਜਾ ਕਰੇ। ਜੇਕਰ ਤੂੰ ਉਸਨੂੰ ਨਹੀਂ ਜਾਣ ਦੇਵੇਂਗਾ ਤਾਂ ਮੈਂ ਤੇਰਾ ਜੇਠਾ ਪੁੱਤਰ ਮਾਰ ਦੇਵਾਂਗਾ। ਰਾਹ ਵਿੱਚ ਇੱਕ ਥਾਂ ਜਦੋਂ ਉਹਨਾਂ ਡੇਰਾ ਲਾਇਆ ਹੋਇਆ ਸੀ ਤਾਂ ਪ੍ਰਭੂ ਨੇ ਮੂਸਾ ਨੂੰ ਮਾਰਨਾ ਚਾਹਿਆ, ਪਰ ਉਸਦੀ ਪਤਨੀ ਸਿਪੋਰਾ ਨੇ ਇੱਕ ਤੇਜ਼ ਪੱਥਰ ਨਾਲ ਆਪਣੇ ਪੁੱਤਰ ਦੀ ਸੁੰਨਤ ਕਰਕੇ ਉਸਦਾ ਮਾਸ ਮੂਸਾ ਦੇ ਪੈਰਾਂ ਤੇ ਰੱਖ ਦਿੱਤਾ ਅਤੇ ਉਸਨੂੰ ਕਿਹਾ, ਤੂੰ ਸੱਚਮੁੱਚ ਮੇਰੇ ਲਈ ਇੱਕ ਖੂਨੀ ਪਤੀ ਹੈ। ਇਹ ਹੋਣ ਤੇ ਪ੍ਰਭੂ ਨੇ ਮੂਸਾ ਨੂੰ ਜਿਉਂਦਾ ਰਹਿਣ ਦਿੱਤਾ। ਪ੍ਰਭੂ ਨੇ ਦੂਜੇ ਪਾਸੇ ਹਾਰੂਨ ਨੂੰ ਕਿਹਾ, ਜਾ ਉਜਾੜ ਵਿੱਚ ਜਾ ਕੇ ਆਪਣੇ ਭਰਾ ਮੂਸਾ ਨੂੰ ਅਗਲਵਾਂਡੀ ਮਿਲ। ਇਸ ਲਈ ਉਹ ਜਾ ਕੇ ਪਰਮੇਸ਼ਵਰ ਦੇ ਪਹਾੜ ਕੋਲ ਮੂਸਾ ਨੂੰ ਮਿਲਿਆ ਅਤੇ ਆਪਣੇ ਭਰਾ ਨੂੰ ਜੱਫੀ ਵਿੱਚ ਲੈ ਕੇ ਉਸਦਾ ਮੂੰਹ ਮੱਥਾ ਚੁੰਮਿਆ। ਮੂਸਾ ਨੇ ਹਾਰੂਨ ਨੂੰ ਪ੍ਰਭੂ ਦੀਆਂ ਕਈਆਂ ਸਭ ਗੱਲਾਂ ਦੱਸੀਆਂ ਅਤੇ ਉਹਨਾਂ ਸਭ ਅਦਭੁਤ ਕੰਮਾਂ ਬਾਰੇ ਵੀ, ਜਿਨ੍ਹਾਂ ਦੇ ਕਰਨ ਦੀ ਸ਼ਕਤੀ ਪ੍ਰਭੂ ਨੇ ਉਸਨੂੰ ਦਿੱਤੀ ਹੈ, ਅਤੇ ਇਹ ਵੀ ਕਿ ਪ੍ਰਭੂ ਨੇ ਉਸਨੂੰ ਕਿਉਂ ਘੱਲਿਆ ਹੈ। ਇਸ ਲਈ ਮੂਸਾ ਅਤੇ ਹਾਰੂਨ ਨੇ ਜਾ ਕੇ ਸਭ ਇਜ਼ਰਾਈਲੀਆਂ ਨੂੰ ਇਕੱਠਿਆਂ ਕੀਤਾ। ਹਾਰੂਨ ਨੇ ਉਹ ਸਭ ਗੱਲਾਂ ਜੋ ਪ੍ਰਭੂ ਨੇ ਮੂਸਾ ਨੂੰ ਕਹੀਆਂ ਸਨ ਲੋਕਾਂ ਨੂੰ ਦੱਸੀਆਂ। ਉਸਨੇ ਲੋਕਾਂ ਸਾਹਮਣੇ ਚਮਤਕਾਰ ਵੀ ਕੀਤੇ। ਲੋਕਾਂ ਉਹਨਾਂ ਸਭ ਗੱਲਾਂ ਤੇ ਵਿਸ਼ਵਾਸ ਕੀਤਾ। ਜਦੋਂ ਉਹਨਾਂ ਨੇ ਸੁਣਿਆ ਕਿ ਪ੍ਰਭੂ ਨੇ ਉਹਨਾਂ ਤੇ ਹੁੰਦਾ ਅਤਿਆਚਾਰ ਦੇਖਿਆ ਹੈ ਅਤੇ ਉਹ ਉਹਨਾਂ ਨੂੰ ਬਚਾਉਣ ਆਇਆ ਹੈ, ਤਾਂ ਉਹਨਾਂ ਧਰਤੀ ਤੇ ਆਪਣੇ ਸਿਰ ਨੀਵੇਂ ਕਰਕੇ ਉਸ ਦੀ ਆਰਾਧਨਾ ਕੀਤੀ। ਸੋ ਜਿਹੜੀ 24 ਤੋਂ ਲੈ ਕੇ 26 ਆਇਤ ਆ, ਇਸ ਨੂੰ ਅਸੀਂ ਵੱਖਰਾ ਕਰਕੇ ਦੇਖਾਂਗੇ। ਇਸ ਨੂੰ ਇਸ ਦੇ ਵਿੱਚ ਨਹੀਂ ਦੇਖਾਂਗੇ, ਇਸ ਨੂੰ ਅੱਜ ਨਹੀਂ ਦੇਖਾਂਗੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਸੈਪਰੇਟ ਸਟੱਡੀ ਆ, ਜਿਸ ਨੂੰ ਅਸੀਂ ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਲੇਕਿਨ ਅਸੀਂ ਇਹ ਦੇਖਦੇ ਪਏ ਕਿ ਮੂਸਾ ਆਪਣੇ ਸਹੁਰੇ ਜਿਥਰੋ ਦੇ ਕੋਲ ਗਿਆ, ਔਰ ਜਿਸਲੇ ਉਸਦੇ ਕੋਲ ਗਿਆ ਉਸਨੇ ਕਿਹਾ ਕਿ ਮੈਂ ਆਪਣੇ ਭਰਾਵਾਂ ਨੂੰ ਜਿਹੜਾ ਦੇਖਣ ਜਾਣਾ ਮੰਗਦਾ ਕਿ ਉਹ ਜਿਉਂਦੇ ਵੀ ਹੈਗੇ ਕਿ ਨਹੀਂ, ਉਹਨਾਂ ਦੀ ਹਾਲਤ ਕੀ ਆ। 40 ਸਾਲ ਹੋ ਗਏ ਉਸਨੂੰ ਵਾਪਸ ਜਾਣ ਦੇ ਲਈ। ਸੋ ਪ੍ਰਭੂ ਨੇ ਉਸਨੂੰ ਕਿਹਾ ਕਿ ਰਸਤੇ ਦੇ ਵਿੱਚ ਪ੍ਰਭੂ ਉਸਨੂੰ ਸਾਰੀਆਂ ਚੀਜ਼ਾਂ ਦੱਸਦਾ ਕਿ ਕੀ ਹੋਣਾ, ਕਿ ਉਹਨਾਂ ਨੇ ਤੈਨੂੰ ਨਹੀਂ ਜਾਣ, ਤੂੰ ਕਹਿਣਾ ਮੇਰੇ ਲੋਕਾਂ ਨੂੰ ਜਾਣ ਦੇ, ਪਰ ਉਹਨਾਂ ਨੇ ਨਹੀਂ ਜਾਣਦੇ, ਉਹਨਾਂ ਨੇ ਨਹੀਂ ਜਾਣਦੇ। ਸੋ ਉਹਨਾਂ ਨੇ ਬਾਰ-ਬਾਰ ਇਸ ਰਸਤੇ ਦੇ ਵਿੱਚ ਰੋੜਾ ਅਟਕਾਉਣਾ ਤੇ ਅਖੀਰ ਦੇ ਵਿੱਚ ਜਿਸਲੇ ਉਸਦਾ ਜੇਠਾ ਮਾਰਿਆ ਜਾਣਾ ਤਾਂ ਫਿਰ ਉਸਨੇ ਸੋ ਪਰ ਤੂੰ ਜਾ। ਸੋ ਉਸਨੇ ਆਪਣੀ ਪਤਨੀ ਲਈ ਜੋ ਮਿਦਿਆਨੀ, ਆਪਣੇ ਬੱਚੇ ਲਏ ਜੋ ਮਿਦਿਆਨੀ, ਜੋ ਮੂਸਾ ਦੇ ਬੱਚੇ। ਲੇਕਿਨ ਪ੍ਰਭੂ ਨੇ ਉਸਦੀ ਪਤਨੀ ਨੂੰ ਉੱਥੇ ਨਹੀਂ ਜਾਣ ਦਿੱਤਾ। ਉਸਦੇ ਪਿੱਛੇ ਬਹੁਤ ਵੱਡਾ ਕਾਰਨ, ਕਿਉਂਕਿ ਲੋਕਾਂ ਨੇ ਮਨ ਦੇ ਵਿੱਚ ਇਹ ਆ ਜਾਣਾ ਸੀ ਕਿ ਇਹਨੇ ਮਿਦਿਆਨੀ ਔਰਤ ਦੇ ਨਾਲ ਵਿਆਹ ਕਰ ਲਿਆ, ਔਰ ਉਹ ਜਿਹੜਾ ਫਤੂਰ ਸੀਗਾ ਲੋਕਾਂ ਦੇ ਮਨ 'ਚ ਜਿਹੜਾ ਆ ਜਾਣਾ ਸੀਗਾ, ਉਸਨੇ ਨੁਕਸਾਨ ਜ਼ਿਆਦਾ ਕਰਨਾ ਸੀ, ਫਾਇਦਾ ਕੁਛ ਨਹੀਂ ਸੀ ਕਰਨਾ। ਇੱਕ ਨਵੀਂ ਬਹਿਸ ਉੱਥੇ ਖੜੀ ਹੋ ਜਾਣੀ ਸੀ। ਸੋ ਪ੍ਰਭੂ ਨੇ ਆਪਣੇ ਤਰੀਕੇ ਦੇ ਨਾਲ ਉਸ ਚੀਜ਼ ਨੂੰ ਰੋਕਿਆ ਤਾਂ ਕਿ ਉਹ ਮਿਦਿਆਨੀ, ਉਸਦੀ ਵਾਈਫ ਸਿਪੋਰਾ,
ਉੱਥੇ ਨਾ ਜਾਏ, मूसा कल्ला जाए। सो मूसा एक कारण ਇਹ ਸੀ ਜਿਹੜਾ ਅਸੀਂ ਦੇਖਦੇ ਪਏ ਹਾਂ। ਸੋ ਸਿਪੋਰਾ ਆਪਣੇ ਬੱਚਿਆਂ ਨੂੰ ਲੈ ਕੇ ਵਾਪਸ ਚਲੀ ਗਈ, ਆਪਣੇ ਬਾਪ ਕੋਲ ਵਾਪਸ ਚਲੀ ਗਈ ਔਰ मूसा ਅੱਗੇ ਚੱਲ ਗਿਆ। ਸੋ ਜਿਹੜਾ ਦੂਸਰਾ ਕਾਰਨ ਆ ਉਸ ਨੂੰ ਅਸੀਂ ਅੱਗੇ ਖੋਲ ਕੇ ਦੇਖਾਂਗੇ। ਅੱਜ ਅਸੀਂ ਸਿਰਫ ਇਸ ਨੂੰ ਇੰਨਾ ਹੀ ਖੋਲਾਂਗੇ। ਸੋ ਪ੍ਰਭੂ ਨੇ ਦੂਜੇ ਪਾਸੇ ਹਾਰੂਨ ਨੂੰ ਕਿਹਾ, ਜਾ ਉਜਾੜ ਵਿੱਚ ਜਾ ਕੇ ਆਪਣੇ ਭਰਾ मूसा ਨੂੰ ਅਗਲਵੰਡੀ ਮਿਲ, उसका स्वागत कर, उसनू लै गया। सो मूसा दे लई ਇਹ चिन्ह ਸੀ, क्योंकि प्रभु ने उसनू कहा ਸੀ कि तेरा भरा आएगा। ਇਹ ਜਿੰਨੇ चिन्ह चमत्कार हो रहे मूसा वास्ते, ਇਹ ਲੋਕਾਂ ਵਾਸਤੇ नहीं हो रहे। प्रभु अपने बंदे ਨੂੰ ਇਹ ਦੱਸਦਾ ਪਿਆ ਕਿ ਮੈਂ ਤੇਰੇ ਨਾਲ, ਮੈਂ ਤੇਰੇ ਨਾਲ। ਔਰ ਹਰ ਇੱਕ ਚੀਜ਼ ਦੇ ਵਿੱਚ ਉਹਦੇ ਅੰਦਰੋਂ ਇੱਕ ਸਵਾਲ ਨਵਾਂ ਖੜਾ ਹੋ ਜਾਂਦਾ, और वो नवे सवाल दे नाल प्रभु दे सामने आ जाता। लेकिन प्रभु उसनू देखो किद्दां प्रभु लैके जांदा। सो ये नहीं होया कि मूसा कोई सुपरमैन सीगा कि प्रभु ने उसनू कहा तो दौड़ के चला गया। नहीं, देयर इज नो सुपरमैन। बाइबल दे विच कोई सुपरमैन नहीं गा। बाइबल दे विच सब साधारण लोग। ਇਹ ਸੁਪਰਮੈਨ ਜਿਹੜਾ ਬਣਾਉਣਾ, ਇਹ ਸਾਡੀ ਵੈਸਟਰਨ ਸੋਸਾਇਟੀ ਨੇ ਵਚਨ ਨੂੰ ਤੋੜ ਮਰੋੜ ਕੇ ਆਪਣੇ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਦੇ, ਕਿਉਂਕਿ ਉਹਦੇ ਵਿੱਚ ਜਿਹੜੀ ਆਸ਼ਾ ਇਹ ਹੁੰਦੀ ਆ ਕਿ ਸਾਨੂੰ ਵੀ ਕਿ ਥੋੜਾ ਜਿਹਾ ਕੋਈ ਸੁਪਰਮੈਨ ਕਰੇ। ਉਹਦੇ ਵਿੱਚ ਜਿਹੜੀ ਚੀਜ਼ ਲੁਕੀ ਹੁੰਦੀ ਆ ਉਹ ਇਹ ਲੁਕੀ ਹੁੰਦੀ ਆ। ਲੇਕਿਨ ਬਾਈਬਲ ਦੇ ਜਿਹੜੀ ਸਾਨੂੰ ਦਿਖਾਉਂਦੀ ਆ ਉਹ ਇਹ ਦਿਖਾਉਂਦੀ ਆ ਕਿ ਪ੍ਰਭੂ ਕਮਜ਼ੋਰ ਲੋਕਾਂ ਨੂੰ ਲੈ ਕੇ ਕਿੱਦਾਂ ਆਪਣੇ ਵੱਡੇ ਵੱਡੇ ਕੰਮ ਕਰਦਾ। ਉਹ ਤਕੜੇ ਲੋਕਾਂ ਨੂੰ ਲੈ ਕੇ ਵੱਡੇ ਵੱਡੇ ਕੰਮ ਨਹੀਂ ਕਰਦਾ, ਉਹ ਤਾਂ ਕੋਈ ਵੀ ਕਰ ਸਕਦਾ। ਉਹ ਇੱਕ ਐਸੇ ਜੋੜੇ ਨੂੰ ਲੈ ਰਿਹਾ ਜਿਨ੍ਹਾਂ ਦੇ ਕੋਈ ਸੰਤਾਨ ਨਹੀਂ, ਉਹ ਬਜ਼ੁਰਗ ਆ, ਔਰ ਉਹਨਾਂ ਤੋਂ ਔਲਾਦ ਪੈਦਾ ਕਰਕੇ ਉਹਦੇ ਰਾਹੀਂ ਕੌਮਾਂ ਬਣਾ ਰਿਹਾ। ਇਸ਼ਮਾਇਲ ਦੀ ਕੌਮ ਉਹਨਾਂ ਦੇ ਵਿੱਚੋਂ ਨਿਕਲੀ, ਜਿਨ੍ਹਾਂ ਨੇ ਸਾਰੇ ਦਾ ਸਾਰਾ ਅਰੇਬੀਅਨ ਜਿਹੜਾ ਅਰਬ ਦਾ ਇਲਾਕਾ ਵਸਾਇਆ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਪਏ ਹਾਂ ਕਿ ਗਾਂ ਜਾ ਕੇ ਇਸਹਾਕ, ਜਿਨ੍ਹਾਂ ਤੋਂ ਸਾਰੇ ਦੇ ਸਾਰੇ ਇਜ਼ਰਾਈਲੀ। ਫਿਰ ਕਟੂਰਾ ਆ ਜਿਨ੍ਹਾਂ ਦੇ ਨਾਲ ਸਾਰਾ ਬੇਸਿਕਲੀ ਜਿਹੜਾ ਅਸੀਂ ਈਰਾਨ, ਅਫਗਾਨਿਸਤਾਨ, ਪਾਕਿਸਤਾਨ ਦਾ ਇਲਾਕਾ ਔਰ ਥੋੜਾ ਜਿਹਾ ਅਫਰੀਕਾ ਦਾ ਇਲਾਕਾ, ਮਦਿਆਨੀ ਲੋਕ ਅਫਰੀਕਾ ਉੱਥੇ ਰਹਿ ਗਏ ਸੀਗੇ। ਉਹ ਸਾਰੇ ਲੋਕਾਂ ਨੂੰ ਅਸੀਂ ਦੇਖਦੇ ਪਏ, ਅਸੀਂ ਕੌਮਾਂ ਨੂੰ ਦੇਖਦੇ ਪਏ, ਕੌਮਾਂ ਕਿੱਥੋਂ ਨਿਕਲ ਕੇ ਆਈਆਂ, ਕਿਹੜੀਆਂ ਕੌਮਾਂ। ਹਾਲੇ ਤੱਕ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਪਏ ਔਰ ਪ੍ਰਭੂ ਨੇ ਕਿਸ ਤਰ੍ਹਾਂ ਆਪਣਾ ਸਾਰਾ ਕੰਮ ਪੂਰਾ ਕੀਤਾ। He does that. ਲੇਕਿਨ मूसा ਜਿਹੜਾ ਆ ਉਸਨੂੰ ਪ੍ਰਭੂ ਇੱਕ ਕਮਜ਼ੋਰ ਤੋਂ ਉਸਨੇ ਇਹ ਸਭ ਕੁਝ ਪੈਦਾ ਕੀਤਾ। मूसा ਵੀ ਕੋਈ ਤਕੜਾ ਨਹੀਂ, मूसा ਥੋੜਾ ਆ, ਲੇਕਿਨ ਪ੍ਰਭੂ ਨੇ ਉਹਦੇ ਸ਼ਬਦ ਦੇ ਵਿੱਚ ਇੰਨੀ ਰਸ ਪਾਉਣਾ, ਇੰਨੀ ਤਾਕਤ ਪਾਉਣੀ ਆ ਕਿ ਚਾਹੇ ਉਹ ਥਥੜ ਕੇ ਬੋਲਦਾ ਹੋਏਗਾ, ਲੇਕਿਨ ਪ੍ਰਭੂ ਨੇ ਉਹਦੇ ਰਾਹੀਂ ਉਸਨੂੰ ਬਰਕਤ ਦੇ। ਇਹ ਕਿਤਾਬਾਂ, 5 ਕਿਤਾਬਾਂ ਜਿਹੜੀਆਂ ਪਹਿਲੀਆਂ ਅਸੀਂ ਪੜ੍ਹਦੇ ਪਏ, ਉਸ ਨੂੰ ਤੋਰੇਤ ਕਿਹਾ ਜਾਂਦਾ, ਤੋਰਾ ਕਿਹਾ ਜਾਂਦਾ। ਤੋਰਾ ਜਿਹੜਾ ਲਿਖਿਆ ਇਹ ਸਾਡੇ ਕੋਲ ਜਿਹੜਾ ਆਇਆ ਪਵਿੱਤਰ ਆਤਮਾ ਨੇ मूसा ਦੇ ਰਾਹੀਂ ਲਿਖਿਆ। ਪੋਥੀ मूसा ਦੇ ਰਾਹੀਂ ਸਾਡੇ ਕੋਲ ਆਈ ਔਰ ਪ੍ਰਭੂ ਨੇ ਉਹ ਸਾਰੀਆਂ ਚੀਜ਼ਾਂ ਲਿਖਵਾਈਆਂ ਉਹਦੇ ਕੋਲ। ਸੋ ਇਸ ਕਰਕੇ, ਕਿਉਂਕਿ ਹੁਣ ਪ੍ਰਭੂ ਉਸਨੂੰ ਇਹੀ ਨਹੀਂ ਹੈਗਾ ਕਿ ਪ੍ਰਭੂ ਉਸਨੂੰ ਲੈ ਕੇ ਤੁਰਿਆ, ਉਸਨੂੰ ਪ੍ਰਭੂ ਪਿਛਲਾ ਵਚਨ ਵੀ ਨਾਲ ਦੇ ਰਿਹਾ। ਉਹਦੀ ਪੜ੍ਹਾਈ ਲਿਖਾਈ ਦਾ ਜੋ ਉਸਨੇ ਕੀਤੀ ਆ, ਪ੍ਰਭੂ ਉਸਦਾ ਫਾਇਦਾ ਉਸ ਦੇ ਰਾਹੀਂ ਉਸਨੂੰ ਬਰਕਤ ਦੇ ਰਿਹਾ ਕਿ ਉਹ ਸਾਡੇ ਤਾਈਂ ਜਿਹੜੀ ਪੁਸਤਕ ਅਸੀਂ ਪੜ੍ਹ ਹਟੇ ਹਾਂ ਔਰ ਜਿਹੜੀ ਪੜ੍ਹਦੇ ਪਏ ਹਾਂ ਉਹ ਪਹੁੰਚਾ ਗਿਆ। ਇਹ ਪ੍ਰਭੂ ਦੀ ਬਰਕਤ मूसा ਦੇ ਲਈ ਹੈ। ਲੇਕਿਨ ਉਸਨੇ ਜਿਸਲੇ ਜਾ ਕੇ ਲੋਕਾਂ ਨੂੰ ਦੱਸਿਆ ਤੇ ਲੋਕਾਂ ਦੇ ਅੰਦਰ ਇੱਕ ਖੁਸ਼ੀ ਦੀ ਲਹਿਰ ਜਾਗ ਗਈ ਔਰ ਉਹਨਾਂ ਲੋਕਾਂ ਨੇ ਪ੍ਰਭੂ ਦਾ ਪੈਰਾਂ 'ਚ ਬੈਠ ਕੇ ਉਸਨੇ ਸਿਰ ਧਰਤੀ ਤੇ ਰੱਖ ਕੇ ਉਹਨਾਂ ਨੇ ਪ੍ਰਭੂ ਦੀ ਪ੍ਰਸਤਿਸ਼ ਕੀਤੀ ਔਰ ਉਹਨਾਂ ਨੇ मूसा ਦੀਆਂ ਦੱਸੀਆਂ ਸਾਰੀਆਂ ਗੱਲਾਂ ਨੂੰ ਮੰਨਿਆ। ਔਰ ਜਿੱਦਾਂ ਪ੍ਰਭੂ ਨੇ ਕਿਹਾ ਸੀ ਕਿ ਤੇਰੇ ਜਿਹੜੇ ਮੇਰੇ ਲੋਕ ਆ ਤੇਰੇ ਲਈ ਤਿਆਰ ਬੈਠੇ ਆ, ਤੂੰ ਜਾ। ਫਿਰ ਮੈਂ ਕਿੱਦਾਂ ਬੋਲੂੰਗਾ, ਉਹਨਾਂ ਨੂੰ ਕੀ ਦਿਖਾਊਂਗਾ,
आ चिन्ह दिखाई, तू जा, पर मैं बोल नहीं सकता, तेरा भरा हारून तेरे लिए बोलेगा, तू किसी होर नूं कर दे। Did you see that? और ये सानू वचन दे विच तां चीज़ां दसिया गईयां। नंबर 1, वचन किसी दे लिए झूठ नहीं बोलता। सानू हरेक बंदे दे बारे दिखाया जांदा, ओहदे पाप दिखाए जांदे, ओहदे वधिया काम दिखाए, और सब कुछ फिर बैलेंस आउट हुंदा कि ये इंसान है, इस तो ज्यादा कुछ नहीं है, क्योंकि प्रभु प्रभु है, प्रभु परमेश्वर है, और कुछ ठीक। सो हम जिस वेले ਅਸੀਂ ਇਸ ਤੋਂ ਗਾਂ ਜਾਂਦੇ ਆ ਤੇ ਅਸੀਂ ਇਹ ਦੇਖਦੇ ਪਏ ਕਿ ਕਿਸ ਤਰ੍ਹਾਂ ਲੋਕਾਂ ਨੇ ਸਿਰ ਨੀਵੇਂ ਕਰਕੇ ਪ੍ਰਭੂ ਦੀ ਆਰਾਧਨਾ ਕੀਤੀ, ਔਰ ਕਿਸ ਤਰ੍ਹਾਂ ਪ੍ਰਭੂ ਨੇ मूसा ਨੂੰ ਬਰਕਤ ਦਿੱਤੀ, ਔਰ ਕਿਸ ਤਰ੍ਹਾਂ ਜੋ ਜੋ ਪ੍ਰਭੂ ਨੇ ਕਿਹਾ ਸੀ ਉਹਦੇ ਲਈ ਗਾਂ ਜਾਂਦਿਆਂ ਤਿਆਰ ਆ। ਸੋ ਜਿਹੜਾ ਸਾਡਾ ਧਿਆਨ ਰਹਿਣਾ ਚਾਹੀਦਾ ਪ੍ਰਭੂ ਦੇ ਵਿੱਚ, ਉਹ ਇਹ ਰਹਿਣਾ ਚਾਹੀਦਾ ਕਿ ਹਾਂ ਪ੍ਰਭੂ ਤੂੰ ਮੈਨੂੰ ਘੱਲਦਾ ਰਿਹਾ, ਪਰ मेरे अगे तो सब कुछ तैयार किया है, और ये विश्वास करना चाहिए जी वो कल रहा तो उन्हें अगे सब कुछ तैयार किया। मैं अमृत नहीं भांडा है, ये अमृत वो इस भांडे दे विच पा के लैके जा रहा, क्योंकि वो उसका अमृत उसका वचन जिहड़ा पवित्र है, इस करके जिहड़ा शब्द मैं बोलूंगा वो भी पवित्र होगा। That's what it is. सो ਅਸੀਂ जिस वेले इन्हां चीज़ां नूं देखते हैं, हुण उसने राजा दे सामने जाना, और उसने राजा नूं इस चीज़ दे लई चैलेंज करना कि हुण प्रभु ने सानूं घल्लिया और मेरे लोकां नूं, उसने कहा मेरे लोकां नूं जाण दे। 5वें भाग दे विच असीं आ गए हां, और आओ इसकी असीं एक आयत तो लैके असीं इस दीयां पहलियां 14 आयतां देखांगे। मूसा ਅਤੇ ਹਰੂਨ ਮਿਸਰ ਦੇ ਰਾਜਾ ਸਾਹਮਣੇ। ਤਦ मूसा ਅਤੇ ਹਰੂਨ ਮਿਸਰ ਦੇ ਰਾਜਾ ਫਰੌਨ ਕੋਲ ਗਏ ਅਤੇ ਉਹਨਾਂ ਉਸ ਨੂੰ ਕਿਹਾ, ਇਜ਼ਰਾਈਲ ਦੇ ਪ੍ਰਭੂ ਪਰਮੇਸ਼ਰ ਨੇ ਕਿਹਾ ਹੈ, ਮੇਰੇ ਲੋਕਾਂ ਨੂੰ ਉਜਾੜ ਵਿੱਚ ਜਾਣ ਦੇ ਕਿ ਉਹ ਉੱਥੇ ਜਾ ਕੇ ਮੇਰੇ ਨਾਂ ਦਾ ਤਿਉਹਾਰ ਮਨਾ ਸਕਣ। ਪਰ ਰਾਜਾ ਨੇ ਕਿਹਾ, ਇਹ ਕੌਣ ਪ੍ਰਭੂ ਹੈ ਜਿਸ ਦੀ ਆਗਿਆ ਮੈਂ ਮੰਨਾਂ? ਮੈਂ ਉਸ ਨੂੰ ਨਹੀਂ ਜਾਣਦਾ, ਇਸ ਲਈ ਮੈਂ ਇਸਰਾਏਲ ਨੂੰ ਨਹੀਂ ਜਾਣ ਦੇਵਾਂਗਾ। मूसा ਅਤੇ ਹਰੂਨ ਨੇ ਉੱਤਰ ਦਿੱਤਾ, ਇਬਰਾਨੀਆਂ ਦੇ ਪਰਮੇਸ਼ਰ ਨੇ ਸਾਨੂੰ ਦਰਸ਼ਨ ਦਿੱਤੇ ਹਨ, ਸਾਨੂੰ ਕਿੰਨਾ ਦਿਨਾਂ ਦੇ ਲਈ ਉਜਾੜ ਵਿੱਚ ਜਾਣ ਦਿਓ ਕਿ ਅਸੀਂ ਜਾ ਕੇ ਉਸ ਦੇ ਲਈ ਉੱਥੇ ਬਲੀ ਚੜਾਈਏ। ਜੇਕਰ ਅਸੀਂ ਨਹੀਂ ਜਾਵਾਂਗੇ ਤਾਂ ਉਹ ਸਾਨੂੰ ਕਿਸੇ ਮਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ। ਰਾਜਾ ਨੇ ਉਹਨਾਂ ਨੂੰ ਕਿਹਾ, ਤੁਸੀਂ ਦੋਵੇਂ ਲੋਕਾਂ ਨੂੰ ਉਹਨਾਂ ਦੇ ਕੰਮਾਂ ਤੋਂ ਕਿਉਂ ਹਟਾਉਣਾ ਚਾਹੁੰਦੇ ਹੋ? ਜਾਓ, ਤੁਸੀਂ ਵੀ ਆਪਣਾ ਕੰਮ ਜਾ ਕੇ ਕਰੋ। ਤੁਸੀਂ ਪਹਿਲਾਂ ਹੀ ਗਿਣਤੀ ਵਿੱਚ ਬਹੁਤ ਵੱਧ ਗਏ ਹੋ, ਫਿਰ ਹੁਣ ਤੁਸੀਂ ਆਰਾਮ ਕਰਨਾ ਚਾਹੁੰਦੇ ਹੋ। ਰਾਜਾ ਨੇ ਉਸੇ ਦਿਨ ਇਸਰਾਏਲੀ ਲੋਕਾਂ ਤੋਂ ਵਿਗਾੜ ਕਰਵਾਉਣ ਵਾਲਿਆਂ ਅਤੇ ਉਹਨਾਂ ਦੇ ਮੇਟਾਂ ਨੂੰ ਆਗਿਆ ਦਿੱਤੀ, ਤੁਸੀਂ ਇਹਨਾਂ ਲੋਕਾਂ ਨੂੰ ਗਾਰੇ ਵਿੱਚ ਪਾਉਣ ਲਈ ਤੂੜੀ ਨਾ ਦੇਣਾ, ਇਹ ਆਪ ਹੀ ਜਾ ਕੇ ਤੂੜੀ ਇਕੱਠੀ ਕਰਕੇ ਲਿਆਉਣ। ਪਰ ਇਹਨਾਂ ਕੋਲੋਂ ਪਹਿਲੇ ਜਿੰਨੀਆਂ ਹੀ ਇੱਟਾਂ ਲੈਣਾ। ਇਹ ਕੁਝ ਵਿਹਲੇ ਰਹਿਣ ਲੱਗ ਪਏ ਹਨ, ਇਸੇ ਲਈ ਇਹ ਕਹਿੰਦੇ ਹਨ ਕਿ ਸਾਨੂੰ ਉਜਾੜ ਵਿੱਚ ਆਪਣੇ ਪਰਮੇਸ਼ਰ ਕੋਲ ਬਲੀ ਚੜਾਉਣ ਦੇਵੋ। ਇਹਨਾਂ ਦਾ ਕੰਮ ਪਹਿਲਾਂ ਨਾਲੋਂ ਦੋਣਾ ਕਰ ਦੇਵੋ, ਤਾਂ ਜੋ ਇਹਨਾਂ ਕੋਲ ਵਿਹਲੀਆਂ ਗੱਲਾਂ ਲਈ ਸਮਾਂ ਨਾ ਰਹੇ। ਇਸ ਲਈ ਉਹਨਾਂ ਕੋਲੋਂ ਵਿਗਾੜ ਲੈਣ ਵਾਲੇ ਅਤੇ ਉਹ ਮੇਟ ਲੋਕਾਂ ਕੋਲ ਗਏ ਅਤੇ ਬੋਲੇ, ਰਾਜਾ ਨੇ ਅੱਗੇ ਤੋਂ ਤੁਹਾਨੂੰ ਤੂੜੀ ਦੇਣੀ ਬੰਦ ਕਰ ਦਿੱਤੀ ਹੈ, ਇਸ ਲਈ ਤੁਸੀਂ ਜਾਓ ਅਤੇ ਆਪ ਤੂੜੀ ਕਿਤਿਓਂ ਵੀ ਇਕੱਠੀ ਕਰਕੇ ਲਿਆਓ, ਪਰ ਤੁਹਾਨੂੰ ਇੱਟਾਂ ਪਹਿਲੇ ਜਿੰਨੀਆਂ ਹੀ ਬਣਾਉਣੀਆਂ ਹਨ। ਇਸ ਲਈ ਇਸਰਾਏਲੀ ਸਾਰੇ ਮਿਸਰ ਵਿੱਚ ਤੂੜੀ ਇਕੱਠੀ ਕਰਨ ਲਈ ਖਿਲਰ ਗਏ। ਉਹਨਾਂ ਦੇ ਵਿਗਾਰੀਆਂ ਨੇ ਕਿਹਾ, ਪਹਿਲਾਂ ਜਿੰਨਾ ਹੀ ਰੋਜ਼ ਦਾ ਕੰਮ ਪੂਰਾ ਕਰੋ, ਜਿੰਨਾ ਕਿ ਤੁਸੀਂ ਉਸ ਤੂੜੀ ਮਿਲਣ ਤੇ ਕਰਦੇ ਸੌ। ਇਸਰਾਏਲੀ ਮੇਟਾਂ ਨੇ ਵੀ ਉਹਨਾਂ ਨੂੰ ਤੇ ਵਿਗਾਰੀਆਂ ਤੋਂ ਮਾਰ ਪੈਣ ਲੱਗੀ ਤੇ ਉਹਨਾਂ ਤੋਂ ਪੁੱਛਿਆ ਜਾਣ ਲੱਗਾ, ਤੁਸੀਂ ਪਹਿਲੇ ਹੀ ਜਿੰਨਾ ਕੰਮ ਕਿਉਂ ਨਹੀਂ ਕਰਵਾਇਆ? ਇਸ ਤੇ ਮੇਟ ਰਾਜਾ ਕੋਲ ਜਾ ਕੇ ਗਿੜਗਿੜਾਉਣ ਲੱਗੇ, ਤੁਸੀਂ ਆਪਣੇ ਦਾਸਾਂ ਨਾਲ ਇਹ ਕਿਉਂ ਕਰ ਰਹੇ ਹੋ? ਤੁਹਾਡੇ ਦਾਸਾਂ ਨੂੰ ਤੂੜੀ ਨਹੀਂ ਮਿਲ ਰਹੀ, ਪਰ ਫਿਰ ਵੀ ਉਹਨਾਂ ਤੋਂ ਪੂਰੀਆਂ ਇੱਟਾਂ ਦੀ ਮੰਗ ਕੀਤੀ ਜਾ ਰਹੀ ਹੈ, ਉਹਨਾਂ ਨੂੰ ਮਾਰਿਆ ਜਾ ਰਿਹਾ ਹੈ, ਪਰ ਕਸੂਰ ਤੁਹਾਡੇ ਆਪਣੇ ਲੋਕਾਂ ਦਾ ਹੈ। ਪਰ ਰਾਜਾ ਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਵਿਹਲੇ ਰਹਿੰਦੇ ਹੋ, ਇਸ ਲਈ ਤੁਸੀਂ ਕਹਿੰਦੇ ਹੋ ਕਿ ਸਾਨੂੰ ਜਾਣ ਦਿਓ ਕਿ ਅਸੀਂ ਜਾ ਕੇ ਆਪਣੇ ਪਰਮੇਸ਼ਰ ਲਈ ਬਲੀ ਚੜਾਈਏ। ਹੁਣ ਜਾਓ, ਜਾ ਕੇ ਆਪਣਾ ਕੰਮ ਕਰੋ, ਤੂੜੀ ਤੁਹਾਨੂੰ ਨਹੀਂ ਮਿਲੇਗੀ, ਪਰ ਇੱਟਾਂ ਪਹਿਲੇ ਜਿੰਨੀਆਂ ਹੀ ਬਣਾਉਣੀਆਂ ਪੈਣਗੀਆਂ। ਇਸ ਤੋਂ ਮੇਟ ਇਹ ਜਾਣ ਗਏ ਕਿ ਉਹਨਾਂ ਨੂੰ ਕਿਉਂ ਦੋਸ਼ੀ ਠਹਿਰਾਇਆ ਗਿਆ ਹੈ, ਕਿਉਂਕਿ ਉਹਨਾਂ ਨੂੰ ਹਰ ਰੋਜ਼ ਪਹਿਲੇ ਜਿੰਨੀਆਂ ਗਿਣਤੀ ਵਿੱਚ ਇੱਟਾਂ ਬਣਾਉਣੀਆਂ ਪੈਣੀਆਂ ਹਨ। ਜਦੋਂ ਉਹ ਲੋਕ ਰਾਜਾ ਕੋਲ ਬਾਹਰ ਨਿਕਲੇ ਤਾਂ ਮੂਸਾ ਤੇ ਹਾਰੂਨ ਉਹਨਾਂ ਨੂੰ ਮਿਲੇ।
ਮੇਟਾ ਨੇ ਉਹਨਾਂ ਨੂੰ ਕਿਹਾ, ਪ੍ਰਭੂ ਹੀ ਤੁਹਾਨੂੰ ਦੇਖੇ। ਤੁਸੀਂ ਸਾਨੂੰ ਰਾਜਾ ਅਤੇ ਉਹਨਾਂ ਦੇ ਅਧਿਕਾਰੀਆਂ ਸਾਹਮਣੇ ਅਪਰਾਧੀ ਬਣਾ ਦਿੱਤਾ ਹੈ। ਉਹਨਾਂ ਨੂੰ ਸਾਨੂੰ ਮਾਰਨ ਦਾ ਇੱਕ ਬਹਾਨਾ ਮਿਲ ਗਿਆ ਹੈ। ਆਮੀਨ। ਇੱਥੇ ਤੱਕ ਹੀ ਪੜ੍ਹਨਾ ਸੀ ਬਸ। ਸੋ ਹੁਣ ਇੱਥੇ ਤੱਕ ਹੀ। ਸੋ ਇਟ ਇਜ਼ ਵੈਰੀ ਸਿੰਪਲ ਕਿ ਉਹ ਰਾਜਾ ਦੇ ਕੋਲ ਗਏ, ਉਹਨਾਂ ਨੇ ਰਾਜਾ ਨੂੰ ਕਿਹਾ ਕਿ ਦੇਖੋ, ਪ੍ਰਭੂ ਨੇ ਸਾਨੂੰ ਕਿਹਾ ਕਿ ਜੋ ਹੁਕਮ ਦਿੱਤਾ ਕਿ ਜਿੱਦਾਂ ਪ੍ਰਭੂ ਨੇ ਕਿਹਾ ਸੀ ਕਿ 3 ਦਿਨਾਂ ਦੇ ਲਈ ਉਜਾੜ ਦੇ ਵਿੱਚ ਜਾਣ ਦਿਓ ਤਾਂ ਕਿ ਅਸੀਂ ਉੱਥੇ ਜਾ ਕੇ ਪ੍ਰਭੂ ਦੀ ਪ੍ਰਸਤਿਸ਼ ਕਰੀਏ। ਔਰ ਉਹਨਾਂ ਨੇ ਕਿਹਾ, ਰਾਜਾ ਨੇ ਕਿਹਾ ਕਿ ਤੁਸੀਂ ਵਿਹਲੇ ਰਹਿਣ ਲੱਗ ਪਏ, ਤੁਸੀਂ ਵਿਹਲੇ ਰਹਿਣ ਲੱਗ ਪਏ, ਔਰ ਇਸ ਕਰਕੇ ਤੁਹਾਡੇ ਕੋਲ ਟਾਈਮ ਬਹੁਤ ਚੱਲਦਾ। ਸੋ ਬੇਸਿਕਲੀ ਉਸਨੇ ਉਹਨਾਂ ਦੀ ਵਗਾਰ ਵਧਾ ਦਿੱਤੀ। ਉਹਨਾਂ ਨੂੰ ਕਹਿਤਾ ਕਿ ਹੁਣ ਤੁਸੀਂ ਤੂੜੀ ਵੀ ਆਪ ਹੀ ਇਕੱਠੀ ਕਰੋਗੇ, ਸਾਰੀਆਂ ਚੀਜ਼ਾਂ ਤੁਸੀਂ ਆਪ ਇਕੱਠੀਆਂ ਕਰੋਗੇ। ਔਰ ਪਹਿਲਾਂ ਜਿਹੜੇ ਫਾਰਮਰ ਸੀਗੇ ਉਹ ਜਿਹੜੀ ਤੂੜੀ ਸੀਗੀ ਉਹ ਉੱਥੇ ਪਹੁੰਚਾ ਦਿੰਦੇ ਸੀ। ਹੁਣ ਉਹ ਕਹਿੰਦੇ ਕਿ ਨਹੀਂ, ਤੁਸੀਂ ਖੇਤਾਂ 'ਚ ਆਪ ਇਕੱਠੀ ਕਰਕੇ ਲੈ ਕੇ ਆਓਗੇ, ਪਰ ਇੱਟਾਂ ਤੁਹਾਨੂੰ ਉਨੀਆਂ ਬਣਾਉਣੀਆਂ ਪੈਣਗੀਆਂ। ਔਰ ਅਸੀਂ ਜਿਸ ਤਰ੍ਹਾਂ ਮੂਵੀ ਵਿੱਚ ਵੀ ਦੇਖਿਆ ਕਿ ਜਿਸ ਲਈ ਲੋਕਾਂ ਨੂੰ ਕੰਮ ਉਨਾ ਹੀ ਕਰਨਾ ਪਿਆ ਔਰ ਉਹਨਾਂ ਨੂੰ ਮਾਰ ਪਈ ਤੇ ਉਹ ਮੂਸਾ ਦੇ ਖਿਲਾਫ ਹੋ ਗਏ ਔਰ ਉਸਨੂੰ ਕਹਿ ਕੇ ਦੇਖ ਕੇ ਸਭ ਤੇਰਾ ਕੀਤਾ ਕਰਦਾ ਹੈ, ਜੇ ਤੂੰ ਨਾ ਜਾਂਦਾ ਤੇ ਸਾਨੂੰ ਇਹ ਵਿਗਾੜ ਨਾ ਪੈਂਦੀ। ਔਰ ਪ੍ਰਭੂ ਜਿਹੜਾ ਉਹਨਾਂ ਲੋਕਾਂ ਨੂੰ ਦਿਖਾ ਰਿਹਾ ਕਿ ਮੈਂ ਪ੍ਰਭੂ। ਹੁਣ ਕੱਲ ਨੂੰ ਅਸੀਂ ਜਿਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਆਵਾਂਗੇ ਤਾਂ ਅਸੀਂ ਜਿਹੜੇ ਇਜਿਪਟ ਦੇ ਲੋਕ ਜਿਹੜੇ ਦੇਵਤਿਆਂ ਨੂੰ ਮੰਨਦੇ ਸੀ ਉਹਨਾਂ ਨੂੰ ਦੇਖਾਂਗੇ ਕਿ ਉਹ ਕਿਹੜੇ ਕਿਹੜੇ ਦੇਵਤਿਆਂ ਨੂੰ ਮੰਨਦੇ ਸੀ ਔਰ ਉਹਨਾਂ ਦੇਵਤਿਆਂ ਦੇ ਕੰਮ ਕੀ ਸੀ। ਔਰ ਜਿਸ ਵੇਲੇ ਹੁਣ ਪ੍ਰਭੂ ਨੇ ਇਹਨਾਂ ਦੇ ਉੱਤੇ ਬੜਾਵਾਂ ਲੈ ਕੇ ਆਉਣੀਆਂ ਤੇ ਉਹ ਬੜਾਵਾਂ ਵੀ ਉਸੇ ਹਿਸਾਬ ਦੇ ਨਾਲ ਹੋਣੀਆਂ ਕਿ ਅਖੀਰ 'ਚ ਉਹਨਾਂ ਦੇ ਦੇਵਤੇ ਖਤਮ ਹੋ ਗਏ। ਉਹਨਾਂ ਨੂੰ ਇਹ ਪਤਾ ਲੱਗ ਜਾਣਾ ਕਿ ਜਿੰਨੇ ਵੀ ਸਾਡੇ ਦੇਵਤੇ ਆ ਉਹਨਾਂ ਦੇ ਵਿੱਚੋਂ ਕੋਈ ਨਹੀਂ ਹੈਗਾ ਜਿਹੜਾ ਸਾਡੀ ਮਦਦ ਕਰ ਸਕਦਾ। ਔਰ ਫਿਰ ਉਹਨਾਂ ਨੇ ਜਾਣ ਦੇਣਾ ਹੈ। ਸੋ ਪ੍ਰਭੂ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੇ ਲੋਕਾਂ ਨੂੰ ਦਿਖਾਉਣਾ ਕਿ ਮੈਂ ਪ੍ਰਭੂ ਤੁਹਾਡੇ ਨਾਲ, ਮੈਂ ਸਰਵਉੱਚ ਪਰਮੇਸ਼ਵਰ ਤੁਹਾਡੇ ਨਾਲ। ਔਰ ਅਗਰ ਤੁਸੀਂ ਇਹ ਵਿਸ਼ਵਾਸ ਕਰਦੇ ਆ ਕਿ ਇਹਨਾਂ ਦੇ ਜਿਹੜੇ ਦੇਵਤੇ ਆ ਉਹ ਮੇਰੇ ਤੋਂ ਵੱਡੇ ਆ, ਇਸ ਕਰਕੇ ਇਹ ਤੁਹਾਡੇ ਕੋਲ ਵਗਾਰ ਲੈ ਰਹੇ ਆ, ਕਿਉਂਕਿ ਬੇਸਿਕਲੀ ਉਹਨਾਂ ਸਮਿਆਂ ਦੇ ਵਿੱਚ ਇਹ ਹੁੰਦਾ ਸੀ ਕਿ ਜਿਹੜਾ ਰਾਜਾ ਤਕੜਾ ਉਹਦਾ ਦੇਵਤਾ ਵੀ ਤਕੜਾ, ਜਿਹੜਾ ਰਾਜਾ ਕਮਜ਼ੋਰ ਆ ਉਹਦਾ ਦੇਵਤਾ ਵੀ ਕਮਜ਼ੋਰ। ਅਖੀਰ ਗੱਲ ਇੱਥੇ ਆ ਕੇ ਮੁੱਕਦੀ ਸੀ। ਲੇਕਿਨ ਪ੍ਰਭੂ ਨੇ ਉਹਨਾਂ ਨੂੰ ਦਿਖਾਉਣਾ ਕਿ ਨਹੀਂ, ਇਸ ਅਪਸਾਈਡ ਡਾਊਨ ਮੈਂ ਜਿਹੜਾ ਪ੍ਰਭੂ ਆ ਉਸਨੇ ਇੱਕ ਕਾਰਨ ਕਰਕੇ ਇਹਨਾਂ ਲੋਕਾਂ ਨੂੰ ਇੱਥੇ ਰੱਖਿਆ ਹੈ। ਪਰ ਇਹ ਨਾ ਸਮਝ ਕਿ ਮੇਰੇ 'ਚ ਤਾਕਤ ਹੈ ਔਰ ਤੇਰੇ ਜਿੰਨੇ ਵੀ ਦੇਵੀ ਦੇਵਤੇ ਆ ਇਹ ਸਭ ਦੇ ਸਭ ਨਿਕੰਮੇ ਆ, ਇਹਨਾਂ ਦੇ ਕੋਲ ਕੁਛ ਨਹੀਂ ਹੈਗਾ ਔਰ ਮੇਰੇ ਸਾਹਮਣੇ ਇਹ ਸਾਰੇ ਨਤਮਸਤਕ, ਇਹ ਕੁਛ ਨਹੀਂ ਕਰ ਸਕਦੇ। ਸੋ ਅਸੀਂ ਕੱਲ ਨੂੰ ਹੁਣ ਨਾਲ ਉਹਨਾਂ ਦੇ ਦੇਵਤੇ ਦੇਖਣੇ ਕਿ ਉਹ ਕਿਹੜੇ ਦੇਵਤਿਆਂ ਨੂੰ ਪੂਜਦੇ ਸੀ ਤੇ ਅੱਜ ਉਹ ਦੇਵਤੇ ਕਿੱਥੇ ਕਿੱਥੇ ਪੂਜੇ ਜਾਂਦੇ ਆ। ਉਹ ਹਾਲੇ ਵੀ ਉਹਨਾਂ ਦੀ ਪੂਜਾ ਕੀਤੀ ਜਾਂਦੀ ਆ, ਵੱਖਰੀਆਂ ਨਾਵਾਂ ਦੇ ਨਾਲ, ਵੱਖਰੀਆਂ ਤਰੀਕਿਆਂ ਦੇ ਨਾਲ। ਸੋ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਾਂਗੇ ਔਰ ਨਾਲ ਅਸੀਂ ਕੱਲ ਨੂੰ ਕੁਛ ਇਤਿਹਾਸਕ ਚੀਜ਼ਾਂ ਵੀ ਦੇਖਾਂਗੇ ਜਿਹੜੀਆਂ ਕਿ ਪ੍ਰਭੂ ਦੇ ਵਚਨ ਦੇ ਨਾਲ ਮੇਲ ਖਾਂਦੀਆਂ। ਆਓ ਦੁਆ ਕਰੀਏ, ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਈਏ ਔਰ ਕੱਲ ਨੂੰ ਆਪਾਂ ਸੇਮ ਟਾਈਮ ਮਿਲਾਂਗੇ। ਪਿਆਰੇ ਪ੍ਰਭੂ, ਮੈਂ ਤੇਰਾ ਬਹੁਤ ਸ਼ੁਕਰ ਕਰਦਾ, ਤੂੰ ਦਿਆਲੂ ਕਿਰਪਾਲੂ ਪਰਮੇਸ਼ਰ ਆ। ਸਾਡੇ ਵਿੱਚੋਂ ਕਈ ਭੈਣ ਭਰਾ ਖੁਦਾਵੰਦ ਇਸੇ ਤਰ੍ਹਾਂ ਦੀ ਹਨੇਰੇ ਸਮੇਂ ਦੇ ਵਿੱਚ ਵੀ ਗੁਜ਼ਰ ਰਹੇ ਨੇ। ਪਿਆਰੇ ਪ੍ਰਭੂ, ਮੈਂ ਇਸ ਵੇਲੇ ਜਗਤਾਰ ਨੂੰ ਔਰ ਆਪਣੀ ਭੈਣ ਨੂੰ ਤੇਰੀ ਹਜ਼ੂਰੀ ਦੇ ਵਿੱਚ ਲੈ ਕੇ ਮਾਨਵ ਦੇ ਲਈ ਦੁਆ ਕਰਦੇ ਖੁਦਾਵੰਦ, ਤੇਰਾ ਰਹਿਮ, ਤੇਰੀ ਦਇਆ ਹੋ। ਜਿਨ੍ਹਾਂ ਚੀਜ਼ਾਂ ਦੀ ਗੁਲਾਮੀ ਦੇ ਵਿੱਚ ਪ੍ਰਭੂ ਜੀ ਉਹ ਇਸ ਵੇਲੇ ਉੱਥੋਂ ਉਸਨੂੰ ਕੱਢ ਕੇ ਲੈ ਕੇ ਆ, ਉਸਨੂੰ ਵੀ ਤੂੰ ਪ੍ਰਭੂ ਜੀ ਇੱਕ ਆਜ਼ਾਦ ਧਰਤੀ ਤੇ ਲੈ ਕੇ ਆ। ਪਿਆਰੇ ਪ੍ਰਭੂ, ਅਸੀਂ ਆਪਣੇ ਸਾਰੇ ਬੱਚਿਆਂ ਨੂੰ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ ਔਰ ਤੇਰੀ ਹਜ਼ੂਰੀ ਦੇ ਵਿੱਚ ਔਰ ਤੇਰੇ ਨਾਮ ਦੇ ਵਿੱਚ ਉਹਨਾਂ ਨੂੰ ਛੁਪਾਉਂਦੇ ਹਾਂ। ਸਾਡੇ ਵਿੱਚੋਂ ਪ੍ਰਭੂ ਜੀ ਕਈ ਭੈਣਾਂ ਭਰਾਵਾਂ ਦੇ ਬੱਚੇ ਯੋਗ ਹੋ ਚੁੱਕੇ ਆ ਜਿਨ੍ਹਾਂ ਨੂੰ ਜੀਵਨ ਸਾਥੀ ਦੀ ਲੋੜ ਆ। ਪ੍ਰਭੂ ਜੀ ਤੂੰ ਆਪਣੇ ਖਜ਼ਾਨਿਆਂ ਚੋਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਕਰ ਔਰ ਸਾਡੇ ਬੱਚਿਆਂ ਦੇ ਘਰ ਵਸਾ।
ਇਸੇ ਤਰ੍ਹਾਂ ਪ੍ਰਭੂ ਜੀ ਮੈਂ ਆਪਣੇ ਭਰਾ ਕੁਲਦੀਪ ਦੇ ਵੱਡੇ ਬੇਟੇ ਦੇ ਲਈ ਦੁਆ ਕਰਦਾ ਖੁਦਾਵੰਦ ਤੂੰ ਰਹਿਮ ਕਰ, ਦਇਆ ਕਰ ਪ੍ਰਭੂ ਜੀ ਉਸ ਬੱਚੇ ਦੇ ਉੱਤੇ, ਔਰ ਉਹਨਾਂ ਦੇ ਘਰ ਵੀ ਤੂੰ ਆਪਣਾ ਚਿਹਰਾ ਚਮਕਾ, ਔਰ ਸੰਤਾਨ ਦੀ ਦਾਤ ਦੇ ਜੋ ਤੇਰੇ ਵੱਲੋਂ ਹੋਏ। ਔਰ ਪ੍ਰਭੂ ਜੀ ਤੂੰ ਆਪਣਾ ਰਹਿਮ ਬੜਾ ਹੱਥ ਬਤਾ ਔਰ ਸਾਰੇ ਪਰਿਵਾਰ ਨੂੰ ਛੂ। ਇਸੇ ਤਰ੍ਹਾਂ ਪ੍ਰਭੂ ਜੀ ਜੋ ਇਸ ਕਰੋਨਾ ਦੇ ਸਮੇਂ ਦੇ ਵਿੱਚ ਜੋ ਪ੍ਰਭੂ ਜੀ ਸਿੱਖ ਆ, ਜੋ ਬਿਮਾਰ ਆ ਖੁਦਾਵੰਦ ਤੂੰ ਉਹਨਾਂ ਦੇ ਨਾਲ ਬਣਿਆ ਰਹਿ। ਸਾਡੇ ਮੁਲਕ ਦੇ ਉੱਤੇ ਤੂੰ ਪ੍ਰਭੂ ਜੀ ਰਹਿਮ ਕਰ, ਜਿੱਥੋਂ ਅਸੀਂ ਆਏ ਆ ਪ੍ਰਭੂ ਜੀ ਉੱਥੇ ਕੋਈ ਪ੍ਰਬੰਧ ਨਹੀਂ ਪ੍ਰਭੂ ਜੀ, ਸਾਡੇ ਲੋਕ ਭਟਕ ਰਹੇ ਆ, ਮੌਤ ਤੋਂ ਸਿਵਾਏ ਹੋਰ ਕੁਛ ਉੱਥੇ ਦਿਖਾਈ ਨਹੀਂ ਦੇ ਰਿਹਾ। ਪਿਆਰੇ ਪ੍ਰਭੂ ਸਰਕਾਰਾਂ ਝੂਠ ਬੋਲਦੀਆਂ ਪਈਆਂ, ਔਰ ਪ੍ਰਭੂ ਜੀ ਇਸ ਸਮੇਂ ਦੇ ਵਿੱਚ ਸਿਵਾਏ ਤੇਰੇ ਤੋਂ ਹੋਰ ਕੋਈ ਨਹੀਂ। ਅਸਫਲ ਆ ਪ੍ਰਭੂ ਜੀ ਉਹਨਾਂ ਦੇ ਦੇਵੀ ਦੇਵਤੇ। ਪਿਆਰੇ ਪ੍ਰਭੂ ਤੂੰ ਰਹਿਮ ਦੀ ਆਪਣੀ ਦਇਆ ਔਰ ਪ੍ਰਭੂ ਜੀ ਕਿਰਪਾ ਕਰ ਦੇ ਉਸ ਮੁਲਕ ਦੇ ਉੱਤੇ ਖੁਦਾਵੰਦ। ਇਸੇ ਤਰ੍ਹਾਂ ਮੈਂ ਮਨਦੀਪ ਨੂੰ ਔਰ ਪ੍ਰਭੂ ਜੀ ਸਾਰੇ ਉਹਨਾਂ ਦੇ ਖਾਨਦਾਨ ਨੂੰ, ਕਰਤਾਰ ਦੇ ਖਾਨਦਾਨ ਨੂੰ ਤੇਰੀ ਹਜ਼ੂਰੀ ਦੇ ਵਿੱਚ ਲੈ ਕੇ ਆਉਣਾ ਖੁਦਾਵੰਦ। ਤੂੰ ਉਹਨਾਂ ਨੂੰ ਵੀ ਛੂ ਔਰ ਆਪਣਾ ਪ੍ਰਭੂ ਜੀ ਆਪਣਾ ਰਹਿਮ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਖੁਦਾਵੰਦ ਤੂੰ ਇਹ ਆਪਣੀ ਹਜ਼ੂਰੀ ਲੈ ਕੇ ਆ, ਕਿਉਂਕਿ ਬਾਪ ਦੀ ਜਗ੍ਹਾ ਤਾਂ ਪ੍ਰਭੂ ਜੀ ਸਿਰਫ ਤੂੰ ਹੀ ਭਰ ਸਕਦਾ, ਹੋਰ ਕੋਈ ਨਹੀਂ ਭਰ ਸਕਦਾ। ਪਿਆਰੇ ਬਾਪ ਜਦ ਤੱਕ ਅਸੀਂ ਦੁਆਰਾ ਮਿਲੀਏ ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਰਹੇ, ਤੇਰੀ ਨਜ਼ਦੀਕੀ ਸਾਡੇ ਸਭ ਦੇ ਨਾਲ ਬਣੀ ਰਹੇ। ਪਿਆਰੇ ਪ੍ਰਭੂ ਤੇਰੀ ਬਰਕਤ ਸਾਡੇ ਸਭ ਦੇ ਨਾਲ ਬਣੀ। ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਕਿ ਤੇਰੀ ਪਵਿੱਤਰ ਆਤਮਾ ਸਾਡਾ ਸਾਥ ਦਿੰਦੀ ਹੈ। ਪਿਆਰੇ ਪ੍ਰਭੂ ਤੇਰੀ ਨਿਗਾਹਬਾਨੀ, ਤੇਰਾ ਸਾਥ ਔਰ ਤੇਰੀ ਭਰਪੂਰੀ ਸਾਡੇ ਨਾਲ ਚੱਲੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ ਸਾਰੇ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ। ਔਰ ਸੇਮ ਟਾਈਮ ਕੱਲ ਨੂੰ ਮਿਲਾਂਗੇ ਔਰ ਕੱਲ ਨੂੰ ਅਸੀਂ ਇਸ ਦਾ ਅਗਲੇ ਹਿੱਸੇ ਦੇਖਣੇ ਸ਼ੁਰੂ